ਸਾਹਿਬਾਂ ਦੀ ਪਾਕ ਗੋਦ ਵਿੱਚ ਸਮੇਂ ਤੇ ਸਵਾਸਾਂ ਨੂੰ ਸਫਲਾ ਬਣਾ ਰਹੇ ਸਰਬੱਤਮਾਈ ਭਾਈ ਵਡਿਆਈ ਦੇ ਪਾਤਰ ਹੋ ਆਪ। ਕਿਹੋ ਜਿਹਾ ਵੀ ਮੌਸਮ ਹੋਵੇ, ਸਤਿਗੁਰਾਂ ਦੀ ਮਹਿਮਾ ਨੂੰ ਸੁਣਨ ਵਾਸਤੇ ਦੂਰੋਂ ਨੇੜਿਓਂ ਚੱਲ ਕਰਕੇ ਪਿਆਰ ਵਿੱਚ ਭੱਜੇ ਆਉਂਦੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਤ ਤੁਰ ਉੱਠ ਕੇ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਬੈਠਣ ਦਾ ਸਮਾਂ ਬਖਸ਼ਦੇ ਨੇ। ਕੋਟਾਨ ਕੋਟ ਸ਼ੁਕਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਸਾਨੂੰ ਕੀੜਿਆਂ ਨੂੰ ਇਸ ਲਾਇਕ ਸਮਝਿਆ। ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਗਾਥਾ ਦੇ ਵਿੱਚੋਂ ਕੱਲ੍ਹ ਦੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ। ਜਿਸ ਵੇਲੇ ਤੁਲਸਾ ਦਾਸੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਦਾ ਅੰਗੂਠਾ ਆਪਣੇ ਮੁਖ ਵਿੱਚ ਪਾਇਆ, ਇਸ ਦੁਨੀਆ ਦੀ ਗੱਲ ਛੱਡੋ, ਤਿੰਨੇ ਲੋਕਾਂ ਦੀ ਸੋਝੀ ਹੋ ਗਈ। ਧਿਆਨ ਅਤੇ ਸੁਰਤ ਕਰਕੇ ਉਸੇ ਥਾਂ ਤੇ ਜਾ ਪੁੱਜੀ ਹੈ ਜਿੱਥੇ ਸ੍ਰਿਸ਼ਟੀ ਦੇ ਮਾਲਕ ਸਮੁੰਦਰਾਂ ਦੇ ਪਾਣੀਆਂ ਤੋਂ ਡੁੱਬਦੇ ਜਹਾਜ਼ ਨੂੰ ਬੰਨੇ ਲਾ ਰਹੇ ਨੇ। ਕਿਵੇਂ ਭਾਈ ਮਨਸੁਖ ਨੇ ਅਰਦਾਸ ਕੀਤੀ ਹੈ, ਉਹ ਅਰਦਾਸ ਗੁਰੂ ਪਾਤਸ਼ਾਹ ਨੇ ਸਵੀਕਾਰੀ ਹੈ ਤੇ ਆਪਣੇ ਸੇਵਕ ਦਾ ਕਾਰਜ ਰਸ ਕੀਤਾ। ਇਹ ਸਾਰਾ ਚੋਚ ਤੁਲਸਾ ਦਾਸੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਿਆਂ ਕੁਛ ਪਲਾਂ ਵਿੱਚ ਹੀ ਵੇਖ ਲਿਆ। ਆਖਰਕਾਰ ਉੱਠ ਕੇ ਆਈ ਹੈ। ਮਾਤਾ ਤ੍ਰਿਪਤਾ ਜੀ ਪੁੱਛਦੇ ਆ, ਕੁੜੇ ਤੈਨੂੰ ਆਖਿਆ ਸੀ ਤੇ ਮੇਰੇ ਪੁੱਤ ਨੂੰ ਉਠਾਇਆ ਕਿਉਂ ਨਹੀਂ? ਹੱਸ ਕੇ ਕਹਿਣ ਲੱਗੀ, ਮਾਂ ਠਾਉਂਦੀ ਤੇ ਤਾਂ ਜੇ ਪੁੱਤ ਤੁਹਾਡਾ ਇੱਥੇ ਹੋਵੇ। ਉਹ ਤੇ ਆਪਣੇ ਸੇਵਕਾਂ ਦੇ ਡੁੱਬਦੇ ਜਹਾਜ਼ਾਂ ਨੂੰ ਬੰਨੇ ਲਾ ਰਹੇ ਨੇ। ਜਦੋਂ ਮਾਤਾ ਜੀ ਨੇ ਸੁਣਿਆ, ਥੋੜਾ ਜਿਹਾ ਗੁੱਸਾ ਆਇਆ। ਸੱਚੇ ਪਾਤਸ਼ਾਹ ਨੂੰ ਆ ਕੇ ਬਾਂਹ ਹਲੂਣੀ ਹੈ, ਉਠਾਇਆ। ਆਖਣ ਲੱਗੇ, ਗਰੀਬ ਨਵਾਜ਼, ਤੁਹਾਡੀਆਂ ਇਹਨਾਂ ਹਾਲਤਾਂ ਕਰਕੇ ਘਰ ਦੇ ਨੌਕਰ ਵੀ ਹੁਣ ਮਸ਼ਕਰੀਆਂ ਕਰਦੇ ਆ। ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਸਾਹਿਬ ਪੁੱਛਦੇ, ਕੀ ਆਖਿਆ ਮਾਂ ਇਹਨੇ? ਮਾਂ ਤ੍ਰਿਪਤਾ ਰੋ ਕੇ ਆਖਣ ਲੱਗੀ, ਪੁੱਤ ਤੁਲਸਾ ਕਹਿੰਦੀ ਹੈ ਤੇਰਾ ਪੁੱਤ ਜਹਾਜ਼ ਬੰਨੇ ਲਾਉਣ ਗਿਆ। ਗੁਰੂ ਸਾਹਿਬ ਆਖਣ ਲੱਗੇ, ਮਾਂ ਇਹਨੂੰ ਕਮਲੀ ਨੂੰ ਬੜਾ ਪਤਾ ਹੈ, ਇਹ ਤੇ ਕਮਲੀ ਝਮਲੀ ਹੈ। ਬਸ ਇਹ ਬਚਨ ਰਸਨਾ ਤੋਂ ਆਏ ਤੇ ਕਮਲੀ ਹੋ ਗਈ। ਇੱਥੋਂ ਤੱਕ ਆਪ ਜੀ ਨੇ ਇਹਨਾਂ ਪ੍ਰਸੰਗਾਂ ਨੂੰ ਸਰਵਣ ਕੀਤਾ ਜਿੱਥੇ ਆਪ ਜੀ ਨੇ ਸਤਿਗੁਰਾਂ ਦੇ ਪਾਵਨ ਜੀਵਨ ਤੇ ਜਵਾਨੀ ਦੇ ਚੋਜਾਂ ਨੂੰ ਸੁਣਿਆ। ਹੁਣ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਬੜੀ ਆਨੰਦਮਈ ਤੇ ਬੜੀ ਕਠਿਨਾਈ ਵਾਲੀ ਹੈ। ਨਿਤਾ ਪ੍ਰਤ ਜੁੜ ਕੇ ਆਪ ਜੀ ਆਨੰਦ ਮਾਣਦੇ ਰਹੋ, ਕਿਉਂਕਿ ਹੁਣ ਦੇ ਜਿਹੜੇ ਪ੍ਰਸੰਗ ਨੇ ਇਹਨੇ ਗਾਗਰ ਵਿੱਚ ਸਾਗਰ। ਇਹ ਸਮਝ ਲਓ ਵੀ ਛੋਟੇ ਜਿਹੇ ਬਰਤਨ ਵਿੱਚ ਸਮੁੰਦਰ ਹੈ। ਜਿਵੇਂ ਜਿਵੇਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਰਹਿਣਗੇ, ਆਪਾਂ ਇਸੇ ਤਰ੍ਹਾਂ ਜੁੜ ਕੇ ਇਸ ਪਾਵਨ ਕਥਾ ਦਾ ਰਸ ਮਾਣਨਾ। ਆਓ ਸੁਰਤ ਕਰਕੇ ਚੱਲੀਏ ਉਹ ਸਮੇਂ ਦੇ ਵਿੱਚ। ਪਾਓ ਪ੍ਰੇਮ ਦੀ ਸਾਂਝ ਗੱਜ ਵੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਮਾਤ ਬਚਨ ਸੁਣ ਕਰ ਜਗ ਸੁਆਮੀ, ਬੋਲੇ ਮੁਖ ਤੇ ਅੰਤਰ ਜਾਮੀ। ਜਿਸ ਵੇਲੇ ਮਾਂ ਤ੍ਰਿਪਤਾ ਦੀ ਰਸਨਾ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਸੁਣੇ ਨਾ, ਵੀ ਇਹ ਤੁਲਸਾ ਵੀ ਸਾਨੂੰ ਟਿਚਰਾਂ ਕਰਦੀ ਹੈ, ਵੀ ਤੇਰਾ ਪੁੱਤ ਜਹਾਜ਼ ਬੰਨੇ ਲਾਉਂਦਾ ਹੈ। ਕਿਉਂਕਿ ਮਾਤਾ ਜੀ ਉਸ ਸਮੇਂ ਤੋਂ ਉਸ ਚੋਚ ਤੋਂ ਅਣਗੌਲਿਆਂ ਨੇ, ਇਸ ਲਈ ਉਹਨਾਂ ਨੂੰ ਲੱਗਦਾ ਵੀ ਤੁਲਸਾ ਦਾਸੀ ਮਸ਼ਕਰੀਆਂ ਕਰਦੀ ਹੈ। ਗੁਰੂ ਪਾਤਸ਼ਾਹ ਸੁਣ ਕੇ ਸੁਭਾਵਕ, ਜਾਣ ਬੁੱਝ ਕੇ ਨਹੀਂ, ਸਹਿਜ ਸੁਭਾਅ ਆਪਣੀ ਰਸਨਾ ਤੋਂ ਆਖਣ ਲੱਗੇ, ਮਾਂ ਕਿਹਦੀਆਂ ਗੱਲਾਂ ਤੇ ਇਤਬਾਰ ਕਰਦੀ ਹੈ? ਇਹ ਤੇ ਹੈ ਕਮਲੀ ਦੀ ਕਮਲੀ, ਇਹ ਕਿਹੜਾ ਸੱਚ ਬੋਲਦੀ ਹੈ? ਜੋ ਦਿਲ ਵਿੱਚ ਆਉਂਦਾ ਹੈ, ਮੂੰਹ ਵਿੱਚ ਆਉਂਦਾ ਹੈ, ਉਹ ਬੋਲ ਜਾਂਦੀ ਹੈ। ਕਮਲੀ ਝਮਲੀ ਕੇ ਬਚ ਐਸੇ, ਇਸਕੇ ਕਹੇ ਨ ਮਨਹੁ ਕੈਸੇ। ਗੁਰੂ ਸਾਹਿਬ ਆਖਣ ਲੱਗੇ, ਮਾਂ ਅੱਜ ਤੋਂ ਬਾਅਦ ਇਸ ਕਮਲੀ ਝਮਲੀ ਦਾ ਕੋਈ ਬਚਨ ਨਹੀਂ ਮੰਨਣਾ, ਇਹ ਜੋ ਆਉਂਦਾ ਕਹਿ ਦਿੰਦੀ ਹੈ। ਕਿਉਂ ਕਿਹਾ ਗੁਰੂ ਸਾਹਿਬ ਨੇ? ਕਿਉਂਕਿ ਤੁਲਸਾ ਸਤਿਗੁਰਾਂ ਨੂੰ ਪਹਿਚਾਣ ਗਈ ਹੈ, ਜਾਣ ਗਈ ਹੈ, ਉਹਨੇ ਬੋਲਣਾ ਹੀ ਉਹ ਹੈ ਜੋ ਦਿਸਦਾ ਹੈ ਆਖੋ ਸਤਨਾਮ। ਤੇ ਮਾਂ ਨੂੰ ਪੱਕਿਆਂ ਕਰਤਾ, ਮਾਂ ਇਹਦੀਆਂ ਗੱਲਾਂ ਨਾ ਮੰਨੀ, ਇਹ ਕਮਲੀ ਝਮਲੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਤੁਲਸਾ ਦਾਸੀ ਨੂੰ ਓਨਾ ਹੀ ਪ੍ਰੇਮ ਕਰਦੇ ਆ ਜਿੰਨਾ ਆਪਣੀ ਭੈਣ ਬੇਬੇ ਨਾਨਕੀ ਨੂੰ ਕਰਦੇ ਆ। ਛੋਟੀ ਭੈਣ ਮੰਨਦੇ ਸੀ, ਇੰਨਾ ਅਦਬ, ਇੰਨਾ ਸਤਿਕਾਰ। ਬੇਸ਼ੱਕ ਤੁਲਸਾ ਸਤਿਗੁਰਾਂ ਤੋਂ ਉਮਰ ਵਿੱਚ ਵੱਡੀ ਹੈ, ਪਰ ਗੁਰੂ ਸਾਹਿਬ ਉਹਨੂੰ ਭੈਣਾਂ ਦੇ ਸਮਾਨ ਛੋਟੀ ਭੈਣ ਵਾਂਗ ਸਤਿਕਾਰ ਦਿੰਦੇ ਆ। ਸੁਭਾਵਿਕ ਗੱਲ ਹੈ, ਹਰ ਭਰਾ ਆਪਣੀ ਭੈਣ ਨੂੰ ਕਹਿੰਦਾ ਝੱਲੀ ਹੈ, ਕਮਲੀ ਹੈ, ਬੇਵਕੂਫ ਹੈ। ਪਤਾ ਭੈਣ ਨੂੰ ਵੀ ਹੁੰਦਾ ਗੁੱਸਾ, ਉਹ ਵੀ ਨਹੀਂ ਕਰਦੀ। ਮਾਤਾ ਜੀ ਨੂੰ ਸਪਸ਼ਟ ਕਹਿ ਦਿੱਤਾ, ਮਾਂ ਇਹਦੀ ਗੱਲ ਤੇ ਕਦੇ ਇਤਬਾਰ ਨਾ ਕਰੀ। ਅੱਜ ਕਹਿੰਦੀ ਹੈ ਗੁਰੂ ਸਾਹਿਬ ਜਹਾਜ਼ ਬੰਨੇ ਲਾਉਂਦੇ, ਕੱਲੂ ਆਖੂ ਸਮੀਰ ਪਰਬਤ ਤੇ ਨੇ। ਕਿਉਂਕਿ ਅਵਸਥਾ ਦੀ ਮਾਲਕ ਹੈ। ਦੁਨਿਆਵੀ ਰੂਪ ਤੋਂ ਤੁਲਸਾ ਦਾਸੀ ਉਸੇ ਬਚਨ ਦੇ ਦੌਰਾਨ ਝੱਲੀ ਹੋ ਗਈ, ਕਮਲੀ ਹੋ ਗਈ, ਪਰ ਅੰਦਰੋਂ ਤੇ ਉਹ ਰੱਬ ਨਾਲ ਜੁੜੀ ਹੋਈ ਹੈ, ਸੱਜਣ ਪਰਮਾਤਮਾ ਨਾਲ ਜੁੜੀ ਹੈ। ਜ਼ਮਾਨੇ ਦੀ ਅੱਜ ਤੋਂ ਸਾਰ ਸਮਝ ਕੋਈ ਨਹੀਂ। ਇੱਕ ਪ੍ਰੀਤਮ ਪ੍ਰੀਤਮ ਪਿਆਰਾ ਪਿਆਰਾ ਸਤਿਗੁਰ ਸਤਿਗੁਰ ਜਪਦੀ ਹੈ। ਅਕਸਰ ਨਾਮ ਜਪਣ ਵਾਲੇ ਜਿਨ੍ਹਾਂ ਦੇ ਪੱਲੇ ਨਾਮ ਹੈ ਨਾ, ਉਹ ਝੱਲੇ ਹੀ ਹੁੰਦੇ ਆ। ਜਿਨ੍ਹਾਂ ਦੇ ਪੱਲੇ ਬੰਦਗੀ ਹੈ ਨਾ, ਉਹ ਦੇਖਣ ਨੂੰ ਝੱਲੇ ਕਮਲੇ ਹੀ ਲੱਗਦੇ ਆ। ਬਹੁਤੀਆਂ ਸਿਆਣਪਾਂ ਵਾਲਿਆਂ ਦੇ ਪੱਲੇ ਤੇ ਆਕੜ, ਹੰਕਾਰ, ਹਉਮੈ ਤੇ ਕ੍ਰੋਧ ਹੁੰਦਾ ਹੈ, ਹੋਰ ਕੁਛ ਨਹੀਂ ਹੁੰਦਾ। ਤੇ ਜਿਨ੍ਹਾਂ ਦੇ ਕੋਲ ਝੱਲ ਹੋਏਗਾ, ਜਿਨ੍ਹਾਂ ਕੋਲ ਕਮਲਾਪਣ ਹੋਏਗਾ, ਉਹ ਅੰਦਰੋਂ ਕੀ ਨੇ? ਗੁਰਬਾਣੀ ਨੇ ਲਿਖਿਆ, ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਜਿਨ ਨੇਹੋ ਲੱਗਾ ਰੱਬ ਸੇਤੀ, ਦੇਖਣੇ ਵਿਚਾਰ। ਕਹਿੰਦੇ ਭਾਈ ਜਿਹੜੇ ਬਾਹਰੋਂ ਫਟੇ ਪੁਰਾਣੇ ਕੱਪੜੇ ਪਾਈ ਫਿਰਦੇ, ਗੁੱਦੜੀਆਂ ਪਾਈ ਫਿਰਦੇ ਆ, ਅੰਦਰੋਂ ਤੇ ਰੇਸ਼ਮੀ ਡੋਰਾਂ ਨੇ, ਪਰ ਜਾਣਦੇ ਰੱਬ ਨੂੰ ਨੇ। ਤੇ ਜਿਹੜੇ ਬਹੁਤੇ ਚਮਕ ਦਮਕ ਦੇ ਕੱਪੜੇ ਧਰਮ ਦੀ ਦੁਨੀਆ 'ਚ ਪਾਈ ਫਿਰਦੇ, ਉਹ ਅੱਜ ਵੀ ਪਰੇਸ਼ਾਨ, ਕੱਲ ਵੀ ਪਰੇਸ਼ਾਨ, ਤੇ ਪਹਿਲਾਂ ਵੀ ਦੁਖੀ ਸੀ। ਗੁਰੂ ਸਾਹਿਬ ਕਹਿੰਦੇ ਕਮਲੀ ਝਮਲੀ ਆ, ਉਸੇ ਦਿਨ ਤੋਂ ਕਮਲੀ ਬਣ ਕੇ ਰਹਿਣ ਲੱਗ ਪਈ, ਪਰ ਅਵਸਥਾ ਕਰਕੇ ਬਹੁਤ ਸਿਆਣੀ ਹੈ। ਕਮਲਾ ਕੌਣ ਹੈ ਇੱਥੇ? ਜਿਹਨੂੰ ਕਮਲ ਚੜਿਆ ਹੋਵੇ, ਦੁਨੀਆ ਦਾ ਨਹੀਂ, ਨਸ਼ਿਆਂ ਦਾ ਨਹੀਂ, ਨਾਮ ਦਾ। ਸਤਿਗੁਰਾਂ ਦੇ ਬਚਨਾਂ ਨੂੰ ਸੁਣਨ ਤੋਂ ਬਾਅਦ ਸਾਰੀ ਜ਼ਿੰਦਗੀ ਕਮਲੀ ਬਣ ਕੇ ਰਹੀ ਤੁਲਸਾ ਦਾਸੀ। ਉਹ ਕਮਲਾ ਤੇ ਲੋਕੀ ਗੁਰੂ ਨਾਨਕ ਸਾਹਿਬ ਨੂੰ ਵੀ ਕਹਿੰਦੇ ਸੀ। ਕਿੰਨੀ ਦੁਨੀਆ ਤਾਰਦੇ ਆ ਉਹ, ਕਿਉਂਕਿ ਬਹੁਤਾ ਸਮਝਦਾਰ ਜ਼ਮਾਨਾ ਰੱਬ ਦੇ ਪਿਆਰਿਆਂ ਨੂੰ ਸਮਝ ਕੇ ਵੀ ਸਮਝ ਨਹੀਂ ਸਕਦਾ। ਕਿਉਂਕਿ ਜਿਹੜੇ ਹਿਸਾਬ ਨਾਲ ਉਹਨਾਂ ਵੇਖਣਾ, ਉਹ ਉਹੋ ਜਿਹੇ ਹੁੰਦੇ ਹੀ ਨਹੀਂ। ਇਸ ਕਰਕੇ ਲੋਕ ਕਹਿੰਦੇ ਆ ਇਹ ਮੂਰਖ ਨੇ, ਇਹ ਝੱਲੇ ਨੇ, ਇਹ ਪਾਗਲ ਨੇ, ਇਹ ਦੀਵਾਨੇ ਨੇ, ਇਹ ਮਸਤਾਨੇ ਨੇ, ਕਿਉਂਕਿ ਉਹਨਾਂ ਦੀ ਸਮਝ ਉੱਥੇ ਕੰਮ ਹੀ ਨਹੀਂ ਕਰਦੀ। ਜਿਹੋ ਜਿਹੀ ਉਹ ਉਮੀਦ ਰੱਖਦੇ ਉਹੋ ਜਿਹੇ ਹੁੰਦੇ ਨਹੀਂ। ਜਦੋਂ ਤੁਲਸਾ ਨੂੰ ਇਹ ਬਚਨ ਸਤਿਗੁਰਾਂ ਨੇ ਕਹਿ ਦਿੱਤੇ, ਮਾਂ ਨੂੰ ਦਿਲਾਸਾ ਮਿਲ ਗਿਆ ਵੀ ਚਲ ਹੈ ਕਮਲੀ, ਇਹਦਾ ਕੀ ਹੈ, ਇਹ ਐਵੇਂ ਮਖੌਲ ਕਰਦੀ ਰਹਿੰਦੀ ਹੈ। ਕਿਉਂਕਿ ਗੁਰੂ ਸਾਹਿਬ ਨੇ ਪਰਦਾ ਪਾ ਦਿੱਤਾ ਨਾ, ਮਾਇਆ ਦਾ ਪਰਦਾ ਸਤਿਗੁਰਾਂ ਨੇ ਮਾਤਾ ਤ੍ਰਿਪਤਾ ਜੀ ਤੇ ਪਾਇਆ ਏ। ਅਸ ਕੈ ਕਰ ਗਮਣੇ ਉਦਿਆਨਾ,
ਬੈਸੀ ਜਾਏ ਇਕੰਤ ਸਥਾਨਾ। ਹੁਣ ਸਤਿਗੁਰ ਜੀ ਆਪ ਆ ਕੇ ਜੰਗਲਾਂ ਵਿੱਚ ਬੈਠੇ ਆ, ਚੌਂਕੜਾ ਲੱਗਿਆ, ਇੱਕ ਵਾਰ ਵੀ ਖਿਆਲ ਨਹੀਂ ਆਇਆ ਉਹਨੇ ਕਿਉਂ ਕਿਹਾ। ਭਗਤੀ ਵਾਲਿਆਂ ਦਾ ਇਹ ਫਰਕ ਹੈ। ਤੇ ਮਨਮੁਖ ਬੰਦਾ, ਦੁਨਿਆਵੀ ਬੰਦਾ, ਕਿਸੇ ਨੇ ਕੋਈ ਗੱਲ ਕਹਿਤੀ ਉਹਨੂੰ ਬਾਰ-ਬਾਰ ਸਤਾਉਂਦੀ, ਹਾਏ ਉਹਨੇ ਇਦਾਂ ਕਿਉਂ ਕਿਹਾ, ਆਹ ਕਿਉਂ ਬੋਲਿਆ, ਐਵੇਂ ਹੀ ਕਿਉਂ ਕਹਿਤਾ, ਕਿਉਂਕਿ ਮਨ ਪਰੇਸ਼ਾਨ ਹੈ। ਗੁਰੂ ਸਾਹਿਬ ਬੇਪਰਵਾਹ ਹੋ ਕੇ ਬੈਠੇ। ਹੁਣ ਤੁਲਸਾ ਦਾਸੀ ਬੋਲਦੀ ਨਹੀਂ ਹੈ। ਅੱਗੇ ਤੇ ਉਹ ਮਖੌਲ ਕਰਦੀ ਰਹਿੰਦੀ ਸੀ ਮਾਤਾ ਜੀ ਨੂੰ ਮਾਂ ਸਮਝ ਕੇ, ਹੱਸਣਾ ਖੇਡਣਾ ਪਰਿਵਾਰ 'ਚ, ਕਦੇ ਬੇਬੇ ਨਾਨਕੀ ਦੇ ਘਰ, ਕਦੇ ਇੱਥੇ ਆ ਜਾਣਾ। ਹੁਣ ਉਹ ਚੁੱਪ ਰਹਿੰਦੀ ਹੈ। ਜਿੰਨਾ ਕੁ ਬੁਲਾ ਲੈਂਦੇ ਆ ਉਹਨਾਂ ਉਹ ਬੋਲਦੀ ਐ। ਸੋ ਦਾਸੀ ਬਚ ਕਹਿਨੀ ਕਰਕੇ ਭੀ ਕਮਲੀ ਸੁਧ ਗਈ ਬਿਸਰ ਕੇ। ਮਹਾਕਵੀ ਭਾਈ ਸੰਤੋਖ ਸਿੰਘ ਕਹਿੰਦੇ ਉਹ ਦਾਸੀ ਗੁਰੂ ਘਰ ਦੀ ਤੁਲਸਾ ਸਦਾ ਲਈ ਕਮਲੀ ਹੋ ਗਈ। ਲੋਕ ਉਹਨੂੰ ਕਮਲੀ ਕਹਿਣ ਲੱਗੇ। ਲੋਕੀ ਕੰਮ ਨਹੀਂ ਕਹਿੰਦੇ, ਲੋਕ ਉਹਨੂੰ ਬੁਲਾਉਂਦੇ ਨਹੀਂ, ਪਰ ਉਹ ਆਪਣੇ ਝੱਲ ਪਿਆਰੇ ਸੱਜਣ ਵਾਹਿਗੁਰੂ ਦੇ ਰੰਗਾਂ ਵਿੱਚ ਹੀ ਰੰਗੀ ਰਹਿੰਦੀ ਹੈ। ਤੇ ਕਈ ਵਾਰ ਮਾਤਾ ਜੀ ਵੀ ਬਹੁਤਾ ਕੰਮ ਨਹੀਂ ਕਹਿੰਦੇ, ਕਹਿੰਦੇ ਇਹਨੂੰ ਕਹੋ ਕੁਝ ਕਰ ਕੁਝ ਦਿੰਦੀ ਹੈ। ਪ੍ਰੇਮ ਦੀ ਨਿਸ਼ਾਨੀ ਕੀ ਹੈ? ਫਿਰ ਚੀਨੀ ਤੇ ਲੂਣ 'ਚ ਪਤਾ ਨਹੀਂ ਲੱਗਦਾ, ਇਹ ਪ੍ਰੇਮ ਦੀ ਨਿਸ਼ਾਨੀ ਹੈ। ਫਿਰ ਦੁੱਧ ਤੇ ਲੱਸੀ 'ਚ ਫਰਕ ਨਹੀਂ ਲੱਗਦਾ ਜਦ ਪ੍ਰੇਮ ਦੀਆਂ ਖੇਡਾਂ ਹੋਵਣ। ਤੇ ਰੱਬ ਦੇ ਪਿਆਰਿਆਂ ਨੂੰ ਨਾ ਗਰਮੀ ਲੱਗੇ, ਨਾ ਸਰਦੀ ਲੱਗੇ, ਨਾ ਫਿਰ ਭੁੱਖ ਲੱਗੇ ਤੇ ਨਾ ਲੱਗੇ ਪਿਆਸ। ਇਹ ਬੰਦਗੀ ਹੈ। ਤੁਲਸਾ ਦਾਸੀ ਹੁਣ ਭੋਜਨ ਘੱਟ ਕਰਦੀ ਹੈ, ਪਾਣੀ ਬਹੁਤ ਘੱਟ ਪੀਂਦੀ ਹੈ ਤੇ ਸੌਂਦੀ ਬਹੁਤ ਘੱਟ ਹੈ। ਬੜੇ ਰੰਗਾਂ 'ਚ ਹੀ ਰਹਿੰਦੀ ਹੈ, ਸਤਿਗੁਰਾਂ ਦੇ ਪਿਆਰ 'ਚ ਭਿੱਜੀ, ਕਿਉਂਕਿ ਉਹ ਹੁਣ ਕੀ ਬਣ ਗਈ? ਬ੍ਰਹਮ ਗਿਆਨੀ। ਗੁਰੂ ਨਾਨਕ ਸਾਹਿਬ ਦੇ ਬਚਨਾਂ ਨੇ ਬੇੜਾ ਪਾਰ ਕੀਤਾ ਏ। ਜੀਵਤ ਰਹੀ ਜਗਤ ਮਿਹ ਜਾਵਦ ਨਹਿ ਆਈ ਸੁਧ ਤੇ ਕੋ ਤਾਵਦ। ਭਾਈ ਬਾਲਾ ਜੀ ਕਹਿੰਦੇ ਐ ਗੁਰੂ ਅੰਗਦ ਦੇ ਪਾਤਸ਼ਾਹ ਜੀ, ਜਦੋਂ ਤੱਕ ਤੁਲਸਾ ਦਾਸੀ ਜਿਉਂਦੀ ਰਹੀ, ਕਹਿੰਦੇ ਉਹਨੂੰ ਦੁਨੀਆ ਦੀ ਸੋਝੀ ਨਹੀਂ ਆਈ। ਉਹ ਜਿਹਨੂੰ ਰੱਬ ਦੀ ਸੋਝੀ, ਉਹਨੇ ਦੁਨੀਆ ਦੀ ਸੋਝੀ ਤੋਂ ਕੀ ਲੈਣਾ ਹੈ? ਅੱਜ ਜੱਗ ਦੀਆਂ ਸਿਆਣਪਾਂ ਕਿਸੇ ਕੰਮ ਆਉਂਦੀਆਂ? ਗੁਰਬਾਣੀ ਨੇ ਸਪਸ਼ਟ ਆਖਿਆ, ਜਪਜੀ ਦੀ ਬਾਣੀ ਪਹਿਲਾਂ ਹੀ ਕਹਿੰਦੀ ਹੈ, ਸਿੱਖੀ ਦੇ ਵਿੱਚ ਐਂਟਰੀ ਮਾਰਿਆ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾ। ਸਹਿਸ ਨਾਮ ਹੈ ਹਜ਼ਾਰਾਂ ਦਾ। ਕਹਿੰਦੇ ਹਜ਼ਾਰਾਂ ਸਿਆਣਪਾਂ ਛੱਡ ਤੇਰੇ ਕੋਲ ਲੱਖਾਂ ਵੀ ਹੋਣ, ਉਹ ਰੱਬ ਦੇ ਘਰ ਤੇਰੀ ਇੱਕ ਵੀ ਨਹੀਂ ਚੱਲਣੀ, ਤੇਰੀ ਇੱਕ ਵੀ ਉਹਦੇ ਦਰ ਤੇ ਨਹੀਂ ਚੱਲਦੀ। ਤੇ ਅਸੀਂ ਤੇ ਸਿਆਣਪਾਂ ਨਾਲ ਅਰਦਾਸਾਂ ਕਰਦੇ ਹਾਂ, ਸਿਆਣਪਾਂ ਨਾਲ ਪਾਠ ਕਰਦੇ ਹਾਂ, ਸਿਆਣਪਾਂ ਨਾਲ ਸੇਵਾ ਕਰਦੇ, ਸਾਡੀ ਕਿਹੜੀ ਥਾਂ ਹੈ? ਪਰ ਗੁਰੂ ਨਾਨਕ ਸਾਹਿਬ ਦੇ ਪ੍ਰੇਮ ਦੇ ਵਿੱਚ ਭਿੱਜੀ ਹੋਈ, ਉਹਨੇ ਜਾਣਿਆ ਇਹ ਪਰਮੇਸ਼ਵਰ ਪਰਮਾਤਮਾ ਜੇ ਮਨ ਸੁਖ ਦਾ ਬੇੜਾ ਪਾਰ ਕਰ ਸਕਦੇ, ਮੇਰੀ ਜ਼ਿੰਦਗੀ ਦਾ ਨਹੀਂ ਕਰਨਗੇ। ਕਹਿੰਦੇ ਉਸੇ ਦਿਨ ਤੋਂ ਭਗਤ ਬਣ ਗਈ। ਭਗਤ ਜਿਹਨੇ ਭਗਤੀ ਕੀਤੀ ਹੈ, ਫਿਰ ਹਰ ਵੇਲੇ ਚੌਂਕੜਾ। ਹੁਣ ਮਾਂ ਤ੍ਰਿਪਤਾ ਕਦੇ ਗੁੱਸਾ ਨਹੀਂ ਕਰਦੀ ਵੀ ਤੁਲਸਾ ਅੱਖੇ ਨਹੀਂ ਲੱਗਦੀ। ਉਹ ਜਾਣਦੇ ਆ ਵੀ ਇਹਨੂੰ ਕੰਮ ਨਹੀਂ ਕਹਿਣਾ, ਸਿਰ ਭਾਰ ਹੋਏਗਾ। ਤੇ ਬੰਦਗੀ ਵਾਲੀ ਰੂਹ ਹੈ, ਕਿਉਂਕਿ ਉਹਦੇ ਚਿਹਰੇ ਦਾ ਨੂਰ ਦੱਸਦਾ ਏ, ਉਹਦਾ ਚੌਂਕੜਾ ਦੱਸਦਾ, ਉਹਦੀ ਇਬਾਦਤ ਦੱਸਦੀ ਹੈ, ਉਹ ਰੰਗਾਂ ਵਿੱਚ ਭਿੱਜੀ ਹੋਈ ਹੈ। ਜਬ ਹੀ ਤਿਆਗਿਓ ਭੂਤਕ ਦੇਹਾ ਭਈ ਮੁਕਤ ਗਵਣੀ ਹਰ ਗ੍ਰੇਹਾ। ਭਾਈ ਬਾਲਾ ਜੀ ਆਖਦੇ, ਸਤਿਗੁਰੂ ਜੀ ਐਸੀ ਮੁਕਤ ਹੋਈ ਜਿਸ ਦਿਨ ਤੁਲਸਾ ਦਾਸੀ ਨੇ ਸਰੀਰ ਛੱਡਿਆ। ਉਹਦੀ ਇੱਕ ਮੰਗ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਮੇਰੀਆਂ ਨਜ਼ਰਾਂ ਦੇ ਸਾਹਮਣੇ ਹੋਣ। ਤੇ ਉਹ ਮੰਗ ਪੂਰੀ ਕੀਤੀ ਗੁਰੂ ਸਾਹਿਬ ਨੇ। ਸਰੀਰ ਛੱਡਣ ਵੇਲੇ ਸਤਿਗੁਰਾਂ ਨੇ ਕਿਹਾ ਸੀ, ਤੂੰ ਜੀਵਨ ਮੁਕਤ ਹੈ, ਜਿਉਂਦੀ ਵੀ ਮੁਕਤ ਸੀ, ਤੂੰ ਮਰੀ ਵੀ ਨਹੀਂ, ਤੂੰ ਸਦਾ ਹੀ ਮੁਕਤ ਰਹਿਣਾ। ਆਖੋ ਸਤਨਾਮ। ਇੱਕ ਦਾਸੀ ਗੁਰੂ ਨਾਨਕ ਦੇ ਘਰ ਦੀ ਮੁਕਤ ਹੋ ਗਈ ਹੈ। ਕਿਉਂ? ਉਹਨੇ ਉਹ ਪ੍ਰੇਮ ਕੀਤਾ। ਉਹਦੀ ਭਾਵਨਾ ਇੰਨੀ ਪਾਕ ਸੀ ਗੁਰੂ ਨਾਨਕ ਸਾਹਿਬ ਦੇ ਲਈ, ਉਹਨੇ ਸਾਰੀ ਜ਼ਿੰਦਗੀ 'ਚ ਭਾਵਨਾ ਕਿੱਥੋਂ ਖੱਟੀ? ਭੈਣ ਨਾਨਕੀ ਦੇ ਕੋਲੋਂ। ਵੇਖਿਆ ਉਹਨੇ ਕਦੇ ਆਪਣੇ ਵੀਰ ਨੂੰ ਵੀਰ ਸਮਝਿਆ ਹੀ ਨਹੀਂ। ਉਹ ਤੇ ਰੱਬ ਮੰਨਦੀ ਹੈ, ਤੇ ਉਹ ਜਾਣਦੀ ਸੀ ਜੇ ਮੈਨੂੰ ਰੱਬ ਦੇ ਘਰੇ ਰਹਿਣ ਦਾ ਸੁਭਾਗ ਮਿਲ ਗਿਆ ਤੇ ਮੈਂ ਫਿਰ ਲਾਹਾ ਕਿਉਂ ਨਾ ਲਵਾਂ। ਲਾਹਾ ਖੱਟਿਆ, ਜੀਵਨ ਮੁਕਤ ਹੋ ਗਈ। ਦੋਹਰਾ ਸ੍ਰੀ ਗੁਰ ਭਗਤ ਦੀਪਕ ਸਰਸ ਧਰ ਕਰਜ ਦੇ ਨਕੇਤ ਯੁਗਤ ਖੋਜ ਉਚਰੋ ਕਥਾ ਸ਼੍ਰੀ ਬੇਦੀ ਕੁਲ ਕੇਤ। ਕਵੀ ਭਾਈ ਸੰਤੋਖ ਸਿੰਘ ਅਗਲੇ ਪ੍ਰਸੰਗ ਦੀ ਆਰੰਭਤਾ ਕਰਦੇ ਆਖਦੇ, ਕਹਿੰਦੇ ਮੈਂ ਗੁਰੂ ਚਰਨਾਂ ਦਾ ਦੀਵਾ ਆਪਣੇ ਮਨ ਘਰ ਦੇ ਵਿੱਚ ਰੱਖ ਕੇ
ਉਸ ਚਾਨਣ ਦੇ ਨਾਲ, ਉਸ ਰੌਸ਼ਨੀ ਦੇ ਨਾਲ ਬੇਦੀ ਕੁੱਲ ਦੇ ਮਾਲਕ ਗੁਰੂ ਨਾਨਕ ਸਾਹਿਬ ਦੀ ਮਹਿਮਾ ਲਿਖਣ ਲੱਗਾ। ਪਰ ਉਹ ਬਾਰ-ਬਾਰ ਮਾਫੀਆਂ ਮੰਗਦੇ ਆ, ਸੰਗਤ ਵਿੱਚ ਬਾਰ-ਬਾਰ ਬੇਨਤੀ ਕਰਦੇ ਆ, ਕਿਉਂਕਿ ਸੰਗਤ ਵਿੱਚ ਮੰਗੀ ਹੋਈ ਮਾਫੀ ਧਰਮਰਾਜ ਵੀ ਟੋਕ ਨਹੀਂ ਸਕਦਾ, ਉਹਨੂੰ ਰੋਕ ਨਹੀਂ ਸਕਦਾ। ਤੁਸੀਂ ਸੰਗਤ ਵਿੱਚ ਨੀਵੇਂ ਹੋ ਕੇ ਆਪਣੇ ਔਗਣ ਦੱਸੋ, ਮੈਂ ਗੁਨਾਹਗਾਰ ਹਾਂ, ਮੈਂ ਠੀਕ ਨਹੀਂ ਹਾਂ। ਜੋ ਸੰਗਤ ਵਿੱਚ ਬੋਲਿਆ ਉਹ ਗੁਰੂ ਸਨਮੁਖ ਬੋਲਿਆ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ, ਤੇ ਤੁਹਾਡੀਆਂ ਉਹ ਬਖਸ਼ੀਆਂ ਹੋਈਆਂ ਗੁਨਾਹੀਆਂ ਤੇ ਅਗਵਾਈਆਂ ਗੁਰੂ ਦਰਗਾਹ ਤੱਕ ਜਾਂਦੀਆਂ ਨੇ, ਉੱਥੇ ਤੱਕ ਕਾਗਜ਼ ਪਾੜੇ ਜਾਂਦੇ ਆ। ਆਪਾਂ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਕਿਉਂ ਬੋਲਦੇ ਆ ਮੈਥੋਂ ਇੱਕ ਕਰਮ ਹੋਇਆ? ਕਿਉਂਕਿ ਪੰਜ ਪਿਆਰੇ ਸੰਗਤ ਦੇ ਸਾਹਮਣੇ ਖੜੇ ਆ, ਗੁਰੂ ਦੇ ਸਾਹਮਣੇ ਖੜੇ ਆ। ਗੁਨਾਹ ਕੀਤਾ ਕਬੂਲ, ਹੁਣ ਉਹ ਫਜ਼ੂਲ ਨਹੀਂ ਹੈ, ਉਹਨੇ ਫਜ਼ਰ ਕਰ ਦਿੱਤੀ ਹੈ, ਕਿਰਪਾ ਕਰ ਦਿੱਤੀ ਹੈ। ਕਵੀ ਜੀ ਕਹਿੰਦੇ ਮੇਰਾ ਮਨ ਬੇਸ਼ੱਕ ਔਗਣਾਂ ਦਾ ਭਰਿਆ, ਪਰ ਮੈਂ ਗੁਰੂ ਚਰਨਾਂ ਦਾ ਦੀਵਾ ਬਾਲ ਕੇ ਉਹਦੀ ਰੌਸ਼ਨੀ ਵਿੱਚ ਸਤਿਗੁਰਾਂ ਦੇ ਪਿਆਰ ਦੀ ਕਥਾ ਲਿਖਣ ਲੱਗਿਆ। ਇਹ ਸੁਣਨ ਵਾਲਿਓ ਪਿਆਰ ਲੈ ਕੇ ਜਾਇਓ, ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਘਰ ਲੈ ਕੇ ਜਾਇਓ। ਕਹਿੰਦੇ ਮੇਰੇ ਲਿਖਣ ਦਾ ਇੱਕੋ ਹੀ ਮਾਇਨਾ ਹੈ, ਇੱਕੋ ਹੀ ਲਾਭ ਹੈ, ਕੋਈ ਸੁਣ ਕੇ ਲਾਹਾ ਪ੍ਰਾਪਤ ਕਰ ਲਏ। ਦੋਹਰਾ ਸ਼੍ਰੀ ਗੁਰ ਪਗ ਦੀਪਕ ਸਰਸ, ਧਰ ਕਰਜ ਦੇ ਨਕੇਤ, ਜੁਗਤ ਖੋਜ ਉਚਰੋ ਕਥਾ, ਸ਼੍ਰੀ ਬੇਦੀ ਕੁਲ ਕੀਤ। ਭਾਈ ਬਾਲਾ ਜੀ ਕਹਿੰਦੇ ਐ ਗੁਰੂ ਅੰਗਦ ਦੇ ਪਾਤਸ਼ਾਹ, ਇਹ ਜਿਹੜੀ ਕਥਾ ਨਾ ਅਸੀਂ ਖੋਜ ਕੇ ਸੁਣਾ ਰਹੇ ਹਾਂ, ਐਵੇਂ ਨਹੀਂ ਸੁਣੀ ਸੁਣਾਈ ਸੁਣਾਤੀ ਕਿਸੇ ਤੋਂ। ਗੁਰੂ ਨਾਨਕ ਸਾਹਿਬ ਜੀ ਦਾ ਸੰਗ ਸਾਥ ਭਾਈ ਬਾਲਾ ਜੀ ਨੇ ਕੀਤਾ। ਜਿਉਂ-ਜਿਉਂ ਸਤਿਗੁਰ ਵਿਚਰਦੇ ਰਹੇ, ਜਿਹੜੇ ਸਿੱਖ ਸਤਿਗੁਰਾਂ ਦੇ ਨਾਲ ਰਹੇ ਨੇ, ਉਹ ਮਰਦ ਦੇ ਚੋਜ ਲਿਖਦੇ ਰਹੇ, ਤੇ ਭਾਈ ਬਾਲਾ ਜੀ ਨੇ ਇਕੱਤਰ ਕੀਤੇ ਸਾਰਿਆਂ, ਕਿਉਂਕਿ ਜਾਣਦੇ ਸੀ ਉਹ ਇਹ ਕੌਣ ਨੇ, ਇਹ ਪ੍ਰਮਾਤਮਾ ਨੇ, ਇਹ ਪਰਮੇਸ਼ਵਰ ਨੇ, ਇਹ ਕਿਉਂ ਆਏ ਆ। ਉਹਨਾਂ ਨੇ ਕੱਲਾ ਕੱਲਾ ਸਮੇਂ ਦਾ ਚੋਜ ਗੁਰੂ ਨਾਨਕ ਸਾਹਿਬ ਜੀ ਦਾ ਲਿਖਿਆ ਹੈ। ਪਰ ਭਾਈ ਬਾਲਾ ਜੀ ਕਹਿੰਦੇ ਬੜੀ ਵੱਡੀ ਕਥਾ ਹੈ ਗੁਰੂ ਨਾਨਕ ਸਾਹਿਬ ਦੀ, ਹੋ ਸਕਦਾ ਹੈ ਕੁਛ ਮੈਥੋਂ ਵਿਸਰ ਗਿਆ ਹੋਵੇ, ਮੈਥੋਂ ਭੁੱਲ ਗਿਆ ਹੋਵੇ। ਤੇ ਕਵੀ ਜੀ ਵੀ ਮਾਫੀ ਮੰਗਦੇ ਆ, ਕਹਿੰਦੇ ਹੋ ਸਕਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਤੇ ਸਮੁੰਦਰਾਂ ਵਰਗਾ ਹੈ, ਮੈਂ ਤੇ ਕੁਝ ਬਾਲਟੀਆਂ ਹੀ ਭਰੀਆਂ ਨੇ, ਉਸ ਅੰਮ੍ਰਿਤ ਜਲ ਦੀਆਂ। ਕਹਿੰਦੇ ਮੈਂ ਸਾਰੀ ਕਥਾ ਨਹੀਂ ਸੁਣਾ ਸਕਦਾ, ਨਾ ਸੁਣਾ ਸਕਦਾ, ਨਾ ਲਿਖ ਸਕਦਾ, ਤੇ ਨਾ ਕੋਈ ਸੁਣ ਸਕਦਾ। ਅੱਜ ਤੱਕ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਨੇ, ਸਾਡੇ ਸਿੱਖ ਸਕਾਲਰ ਖੋਜ ਹੀ ਨਹੀਂ ਕਰ ਸਕੇ, ਲੱਭ ਹੀ ਨਹੀਂ ਸਕੇ। ਉਹ ਅਸੀਂ ਤੇ ਪੰਜਾਬ 'ਚ ਕਿੰਨੇ ਗੁਰਦੁਆਰੇ, ਮੈਂ ਕਹਿੰਦਾ ਜਿਹਨੂੰ ਮਰਜ਼ੀ ਪੁੱਛ ਲਓ ਵੀ ਤੈਨੂੰ ਪਤਾ ਕਿੰਨੇ ਗੁਰੂ ਘਰ ਨੇ ਪੰਜਾਬ ਦੀ ਧਰਤੀ ਤੇ, ਕਿੰਨੇ ਇਤਿਹਾਸਕ ਸਥਾਨ ਨੇ, ਕਿਹੜੇ ਕਿਹੜੇ ਸਤਿਗੁਰਾਂ ਦੇ ਨੇ। ਸਾਡੇ ਕੋਲੋਂ ਤੇ ਠੰਡਾ ਬੁਰਜ ਨਹੀਂ ਸੰਭਾਲਿਆ ਗਿਆ, ਚਮਕੌਰ ਦੀ ਗੜੀ ਨਹੀਂ ਸੰਭਾਲੀ ਗਈ। ਕੀ ਸੰਭਾਲਿਆ ਅਸੀਂ ਤੇ ਆਪਣੀਆਂ ਪੁਰਾਣੀਆਂ ਵਿਰਾਸਤਾਂ ਨਹੀਂ ਸੰਭਾਲ ਸਕੇ, ਤੇ ਲੱਭਣਾ ਸੀ ਕੀ ਸੀ ਵੀ ਮਰਦ ਕਿੱਥੇ ਕਿੱਥੇ ਗਏ ਆ। ਹੁਣ ਤੇ ਇਹ ਕੌਮ ਖਾ ਪੀ ਕੇ ਸੌਣ ਵਾਲੀ ਹੈ, ਲੰਗਰ ਪਾਣੀ ਵਧੀਆ ਛਕਣਾ, ਮਾੜਾ ਬੋਲਣਾ, ਸੌਂ ਜਾਣਾ, ਰੱਬ ਰੱਬ ਕਰਨਾ। ਕੋਈ ਗੱਲ ਹੋ ਗਈ ਕਹਿੰਦੇ ਮਰਦ ਦੇਖੂਗਾ ਵੀ ਤੂੰ ਕਾਹਦੇ ਵਾਸਤੇ ਧਰਤੀ ਤੇ ਤੁਰਿਆ ਫਿਰਦਾ। ਜੇ ਇਹੀ ਗੱਲਾਂ ਹੁੰਦੀਆਂ ਤੇ ਦਸ਼ਮੇਸ਼ ਪਿਤਾ ਤੇ ਕਦੇ ਵੀ ਨਾ ਕਹਿੰਦੇ ਸਿੰਘਾਂ ਨੂੰ ਵੀ ਪਹਾੜੀ ਰਾਜੇ ਚੜ ਕੇ ਆ ਗਏ, ਸਿੰਘੋ ਕੀ ਲੋੜ ਹੈ ਲੜਨ ਦੀ, ਆਪੇ ਰੱਬ ਵੇਖੂ। ਕੀ ਲੋੜ ਸੀ ਔਰੰਗਜ਼ੇਬ ਨੂੰ ਜਫਰਨਾਮਾ ਲਿਖਣ ਦੀ, ਕਹਿ ਦਿੰਦੇ ਆਪੇ ਰੱਬ ਵੇਖੂ, ਅਸੀਂ ਕਿਉਂ ਲੜਨਾ ਹੈ। ਨਹੀਂ, ਮਰਦ ਕਹਿੰਦੇ ਖਾਲਸਿਆ ਤੇਰੇ ਵਿੱਚ ਹੀ ਰੱਬ ਵਰਤਦਾ ਹੈ। ਜੇ ਤੂੰ ਬੰਦਾ ਬਣ ਕੇ ਬੰਦਿਆਂ ਵਾਲੇ ਕੰਮ ਨਹੀਂ ਕਰ ਸਕਦਾ ਤੇ ਰੱਬ ਵੀ ਤੇਰੇ ਨਾਲ ਕਿਉਂ ਖੜੂ। ਪਰਮਾਤਮਾ ਖੜਦਾ ਹੈ। ਹਾਂ, ਜਿਸ ਵੇਲੇ ਤੂੰ ਆਪਣੀ ਸੁਰਤ ਤੋਂ ਬਾਹਰ ਹੋਵੇ ਨਾ, ਅਚਨਚੇਤ ਤੇਰੇ ਤੇ ਵਿਪਤਾ ਆਵੇ, ਉਦੋਂ ਰੱਬ ਪ੍ਰਤਾਖੇ ਆ ਜਾਂਦਾ ਹੈ। ਪਰ ਮਰਦ ਕਹਿੰਦੇ ਸੋਝੀ ਚ ਰਿਹਾ ਕਰੋ, ਨਾਲ ਹੀ ਹੈ ਤੇਰੇ। ਗੁਰੂ ਸਾਹਿਬ ਨੇ ਸਾਨੂੰ ਹਮੇਸ਼ਾ ਸੱਚ ਬੋਲਣਾ, ਜੁਰਤ ਕਰਨੀ ਸਿਖਾਈ ਹੈ, ਹੱਕ ਲੈਣੇ ਸਿਖਾਏ ਆ। ਕਦੇ ਵੀ ਨਹੀਂ ਗੁਰੂ ਸਾਹਿਬ ਨੇ ਕਿਹਾ, ਤੇ ਸਤਿਗੁਰਾਂ ਦੇ ਵੇਲੇ ਸਿੰਘ ਸੀ ਉਹ ਤੇ ਲੜਦੇ ਹੀ ਨਾ ਕਦੇ। ਕਹਿੰਦੇ ਆਪੇ ਮਹਾਰਾਜ ਵੇਖੂਗਾ, ਉਹ ਸਾਰੀ ਸ੍ਰਿਸ਼ਟੀ ਚਲਾਉਣ ਵਾਲਾ, ਫਿਰ ਤੇਰੇ ਨਾਮ ਜਪਣ ਨਾਲ ਕੀ ਹੋਊਗਾ ਜੇ ਉਹ ਨਹੀਂ ਕਰਨਾ ਸਾਰਾ ਕੁਝ। ਫਿਰ ਤੂੰ ਤੇ ਮਲਾਈ ਖਾਣ ਵਾਲਾ ਹੈ, ਤੂੰ ਤੇ ਖਾ ਪੀ ਕੇ ਸੌਣ ਵਾਲਾ, ਫਿਰ ਤੇਰੇ ਹੋਣ ਤੇ ਨਾ ਹੋਣ ਦਾ ਫਾਇਦਾ ਹੈ ਕੋਈ। ਅਸੀਂ ਇੱਥੇ ਖੜੇ ਹਾਂ ਅੱਜ, ਕੋਈ ਗੱਲ ਹੋ ਜੇ ਅਸੀਂ ਜ਼ਿੰਮੇਵਾਰ ਨਹੀਂ ਬਣਦੇ, ਰੱਬ ਨੂੰ ਜ਼ਿੰਮੇਵਾਰ ਬਣਾ ਦਈਦਾ। ਕਿਤੇ ਕੋਈ ਮਾੜਾ ਕੰਮ ਹੋ ਗਿਆ, ਮਹਾਰਾਜ ਵੇਖੂ, ਤੂੰ ਕਦ ਵੇਖੇਗਾ, ਫਿਰ ਤੈਨੂੰ ਲੋੜ ਕਦ ਪਊਗੀ। ਗੁਰੂ ਸਾਹਿਬ ਨੇ ਖਾਲਸਾ ਕਾਹਦੇ ਵਾਸਤੇ ਸਜਾਇਆ ਸੀ? ਆਸੁਰ ਸੰਘਾਰ ਵੇਖੋ, ਦੁਰਜਨ ਕੇ ਮਾਰ ਵੇਖੋ, ਸੰਕਟ ਨਿਵਾਰ ਵੇਖੋ, ਖਾਲਸਾ ਬਣਾਇਓ ਹੈ। ਮਰਦ ਕਹਿੰਦੇ ਮੈਂ ਖਾਲਸੇ ਦੇ ਵਿੱਚ ਆ, ਤੇ ਖਾਲਸਾ ਮੇਰਾ ਰੂਪ ਹੈ। ਖਾਲਸੇ ਦਾ ਫੈਸਲਾ ਰੱਬ ਦਾ ਫੈਸਲਾ, ਤੇ ਅਜੋਕੇ ਸਮੇਂ ਦਾ ਖਾਲਸਾ ਕਹਿੰਦਾ ਰੱਬ ਵੇਖੂਗਾ। ਗੁਰੂ ਸਾਹਿਬ ਨੇ ਤੇ ਖਾਲਸੇ ਨੂੰ ਰੱਬ ਬਣਾਇਆ ਹੈ। ਸੋਚ ਕਿੱਧਰ ਜਾ ਰਹੀ ਹੈ ਸਾਡੀ। ਉਹਨਾਂ ਸਮਿਆਂ ਵਿੱਚ ਕਵੀ ਮਾਫੀ ਮੰਗਦੇ ਆ, ਕਹਿੰਦੇ ਅਰਬਾਂ ਖਰਬਾਂ ਸਤਿਗੁਰਾਂ ਦੇ ਚੋਜ
ਜੋ ਹੋ ਸਕਦਾ ਹੈ ਸਾਡੀ ਪਹੁੰਚ ਤੱਕ ਨਾ ਆਏ ਹੋ। ਆਉਣ ਵਾਲੇ ਸਮੇਂ 'ਚ ਕਹਿੰਦੇ ਜਦੋਂ ਉਹ ਪ੍ਰਗਟ ਹੋਣਗੇ, ਇੱਥੋਂ ਤੱਕ ਨਿਮਰਤਾ 'ਚ ਲਿਖਿਆ ਸਿੱਖੋ ਤੁਸੀਂ ਗੁਰੂ ਸਾਹਿਬ ਦੀ ਉਹ ਮਹਿਮਾ ਲਿਖ ਕੇ ਸੁਣਾ ਦਿਆ ਕਰੋ। ਇੱਥੇ ਤੇ ਦੁਨੀਆ ਵਿੱਚ ਕੋਈ ਟੁੱਟੀ ਜੀ ਕਿਤਾਬ ਲਿਖ ਲੇ ਨਾ, 4 ਲਾਈਨਾਂ ਇੱਧਰ ਉੱਧਰੋਂ ਕਾਪੀ ਪੇਸਟ ਕਰਕੇ, ਉਹ ਪਤਾ ਕੀ ਲਿਖਦਾ ਹੈ ਕਿਤਾਬ ਦੇ ਅੱਗੇ, ਸਭ ਹੱਕ ਲੇਖਕ ਦੇ ਰਾਖਵੇਂ ਨੇ, ਵੀ ਇਹਦਾ ਕਾਪੀਰਾਈਟ ਸਾਡੇ ਕੋਲੇ ਆ, ਜੇ ਨਕਲ ਕਰੇਗਾ ਅੰਦਰ ਜਾਏਗਾ, ਕਲੇਮ ਕਰ ਦਿਆਂਗਾ ਤੇਰੇ ਤੇ। ਕਿਸੇ ਨੇ YouTube ਤੇ ਵੀਡੀਓ ਚੜਾਤੀ, ਉਹ ਵੀ ਕਲੇਮ ਕਰੀ ਫਿਰਦਾ ਹੈ ਵੀ ਇਹ ਚੀਜ਼ ਨੂੰ ਅਸੀਂ ਪੈਟ ਕਰਾਇਆ ਹੋਇਆ, ਪੇਟੈਂਟ ਕਰਾ ਲਿਆ ਏ, ਇਹਨੂੰ ਕੋਈ ਵਰਤ ਨਹੀਂ ਸਕਦਾ, ਇਹ ਸਿਰਫ ਸਾਡਾ ਏ। ਪਰ ਧੰਨ ਮਹਾਕਵੀ ਗੁਰੂ ਦੇ ਪਿਆਰੇ ਐਡਾ ਵੱਡਾ ਸਾਗਰ ਲੈ ਕੇ ਵੀ ਕਹਿੰਦੇ ਆ ਸਿੱਖੋ ਮੇਰੇ ਪਿਆਰੇ ਸੱਜਣ ਦੀ ਕੋਈ ਬਾਤ ਸੁਣਾਵੇ ਤੇ ਉਹ ਸੁਣਾ ਦਿਆ ਕਰੋ। ਕਿਤੇ ਨਹੀਂ ਕਿਹਾ ਮੈਂ ਮਹਾਕਵੀ ਆ, ਮੇਰਾ ਗ੍ਰੰਥ ਪੇਟੈਂਟ ਕੀਤਾ ਜਾਏ ਵੀ ਇਹ 'ਚ ਨਾ ਕੋਈ ਅੱਖਰ ਕੱਢੇ ਨਾ ਕੋਈ ਪਾਏ, ਉਹ ਫਿਰ ਕਵੀ ਵੀ ਕਿੱਡਾ ਪਿਆਰਾ ਸੱਜਣ ਹੋਣਾ ਰੱਬ ਦਾ। ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਆਓ ਮੈਂ ਹੁਣ ਸਤਿਗੁਰਾਂ ਦੇ ਪਾਵਨ ਜੀਵਨ ਦੀ ਇੱਕ ਹੋਰ ਝਲਕ ਸੁਣਾਵਾਂ। ਸ਼੍ਰੀ ਬਾਲਾ ਸੁੰਦਰ ਵਾਚ ਚੋਪਈ ਕਛਕ ਅਹੈ ਮਨ ਸੁਖ ਬਿਰਤੰਤੇ ਸੋ ਸੁਣੀਏ ਸ੍ਰੀ ਗੁਰ ਜਸਵੰਤੇ। ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਅਗਲੇ ਦਿਨ ਅੰਮ੍ਰਿਤ ਵੇਲੇ ਫਿਰ ਚੌਂਕੜਾ ਲਾਇਆ। ਭਾਈ ਬਾਲਾ ਜੀ ਬੈਠੇ, ਸੈਂਕੜੇ ਸੰਗਤਾਂ ਬੈਠੀਆਂ ਹੁਣ ਤੇ ਕਹਿੰਦੇ ਸਾਹਿਬ ਜੀ ਆਪ ਜੀ ਨੇ ਸੁਣਿਆ ਸੀ ਤੁਲਸਾ ਦਾਸੀ ਸੁਰਤ ਕਰਕੇ ਧਿਆਨ ਕਰਕੇ ਪਹੁੰਚੀ ਸੰਗਲਾ ਦੀਪ, ਜਿਹਨੂੰ ਸਾਇਲਨ ਬੋਲਦੇ ਆ, ਜਿਹਨੂੰ ਸ਼੍ਰੀਲੰਕਾ ਕਿਹਾ ਜਾਂਦਾ ਅੱਜ ਦੇ ਸਮੇਂ 'ਚ। ਉਹਨੇ ਵੇਖ ਲਿਆ ਜਦੋਂ ਉਹ ਜਹਾਜ਼ ਬੰਨੇ ਲੱਗਿਆ, ਜਹਾਜ਼ ਕਿਹਦਾ ਸੀ ਜੀ, ਸ਼ਿਪ ਕਿਹਦਾ ਸੀ, ਭਾਈ ਮਨ ਸੁਖ ਸ਼ਾਹੂਕਾਰ ਦਾ, ਜੋ ਲਾਹੌਰ ਦੀ ਧਰਤੀ ਤੇ ਰਹਿੰਦਾ ਸੀ। ਹੁਣ ਇਹ ਵੀ ਮੈਂਸ਼ਨ ਕਰਦੇ ਆ ਕਿਉਂਕਿ ਕਈ ਸੰਗਤਾਂ ਛੁੱਟੀਆਂ ਮਾਰ ਜਾਂਦੀਆਂ, ਉਹਨਾਂ ਨੂੰ ਸਮਝ ਨਹੀਂ ਆਉਂਦਾ, ਕਈ ਪਿਆਰੇ ਨਵੇਂ ਵੀ ਆਉਂਦੇ ਆ। ਭਾਈ ਮਨਸੁਖ ਸ਼ਾਹੂਕਾਰ ਉਹੀ ਹੈ ਜਿਹਦੀ ਦੁਕਾਨ ਤੇ ਭਾਈ ਭਗੀਰਥ ਗਏ, ਭਾਈ ਮਰਦਾਨਾ ਜੀ ਦੀ ਸਪੁੱਤਰੀ ਦੇ ਵਿਆਹ ਵਾਸਤੇ ਦਾਜ ਦੀ ਵਸਤੂਆਂ ਲੈਣ, ਤੇ ਉਹ ਸਿੱਖ ਸੀ ਜਿਹਨੇ ਸੋਹਣਾ ਕੜਾ ਬਣਾ ਕੇ ਭੇਜਿਆ ਸੀ, ਭੇਟਾ ਨਹੀਂ ਸੀ ਲਈ ਕੋਈ। ਮਨਸੁਖ ਸ਼ਾਹੂਕਾਰ ਭਾਈ ਭਗੀਰਥ ਨੇ ਇਸ ਸਿੱਖ ਨੂੰ ਗੁਰੂ ਨਾਨਕ ਸਾਹਿਬ ਨਾਲ ਮਿਲਾਇਆ, ਮੁਲਾਕਾਤ ਹੋਈ ਸੁਲਤਾਨਪੁਰ ਦੀ ਪਾਵਨ ਧਰਤੀ ਤੇ ਉਹੀ ਮਨਸੁਖ ਸ਼ਾਹੂਕਾਰ ਸਤਿਗੁਰਾਂ ਤੋਂ ਆਗਿਆ ਲੈ ਕੇ ਸੁਲਤਾਨਪੁਰ ਤੋਂ ਗਿਆ ਸੀ। ਕਹਿੰਦਾ ਮਰਦ ਮੈਂ ਚੱਲਿਆ ਸ਼੍ਰੀਲੰਕਾ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਨੂੰ ਦੇਸ਼ ਵਿਦੇਸ਼ ਮੰਨਿਆ ਜਾਂਦਾ ਸੀ। ਕੋਈ ਵੀ ਦੇਸ਼ ਹੋਵੇ ਚਲੋ ਅੱਜ ਤੇ ਥੋੜਾ ਜਿਹਾ ਏਅਰ ਲਿਫਟ ਕਰਕੇ ਔਖਾ ਨਹੀਂ ਲੱਗਦਾ ਕੁਛ ਵੀ। ਹੁਣ ਤੇ ਅਮਰੀਕਾ ਵੀ 14 ਤੋਂ 16 ਘੰਟਿਆਂ ਦੇ ਵਿੱਚ ਖੜਾ, ਆਉਣ ਵਾਲੇ ਸਮੇਂ 'ਚ ਇਹ ਵੀ ਘਟ ਜਾਣਾ ਸਮਾਂ। ਇੰਗਲੈਂਡ 8 ਘੰਟਿਆਂ ਦਾ ਰਾਹ ਏ, ਆ ਗਿਆ ਬੰਦਾ 8 ਘੰਟਿਆਂ 'ਚ ਇੱਥੇ ਮੁੜ ਆਉਂਦਾ, ਇੰਨੇ ਤੇ ਅੰਮ੍ਰਿਤਸਰ ਤੋਂ ਨਹੀਂ ਮੁੜਦਾ, ਜਿੰਨੀ ਛੇਤੀ ਉੱਥੋਂ ਜਾ ਆਉਂਦਾ ਹੈ, ਚਲਿਆ ਜਾਂਦਾ ਇੱਕ ਪਾਸੇ। ਹੁਣ ਅੱਜ ਦੇ ਸਮੇਂ ਦੁਨੀਆ ਮੁੱਠੀ 'ਚ ਹੈ, ਪਰ ਉਹਨਾਂ ਸਮਿਆਂ 'ਚ ਸਮੁੰਦਰਾਂ ਦੇ ਵਿੱਚ ਦੀ ਜਾਣਾ ਪੈਂਦਾ ਸੀ। ਸਮੁੰਦਰ ਦੇ ਕਿਨਾਰੇ ਕੋਈ ਵੀ ਇਲਾਕਾ ਹੋਵੇ ਉਹਨੂੰ ਦੇਸ਼ ਮੰਨਿਆ ਜਾਂਦਾ, ਭਾਵੇਂ ਅੰਡੇਮਾਨ ਨਿਕੋਬਾਰ ਅੱਜ ਵੀ ਸਾਡੇ ਭਾਰਤ ਦਾ ਹਿੱਸਾ ਏ, ਨਾਲ ਜੁੜਿਆ ਹੋਇਆ ਹੈ, ਪਰ ਅੱਜ ਵੀ ਅਸੀਂ ਉਹਨੂੰ ਇੱਕ ਕੰਟਰੀ ਮੰਨਦੇ ਹਾਂ। ਲੋਕ ਮੰਨਦੇ ਆ ਮੈਂ ਅੰਡੇਮਾਨ ਜਾਣਾ ਹੈ, ਮੈਂ ਨਿਕੋਬਾਰ ਜਾਣਾ ਹੈ, ਮੈਂ ਫਲਾਣੇ ਦੀਪ ਤੇ ਚੱਲਿਆ ਹਾਂ ਭਾਈ, ਉੱਥੇ ਘੁੰਮਣ ਜਾ ਰਹੇ ਹਾਂ। ਇਹ ਇਲਾਕੇ ਆ। ਹੁਣ ਸ਼੍ਰੀਲੰਕਾ ਇੱਕ ਦੇਸ਼ ਅਲੱਗ ਹੈ, ਅੱਜ ਵੀ ਅਲੱਗ ਹੀ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਨਸੁਖ ਸ਼ਾਹੂਕਾਰ ਨਾਲ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕਰ ਰਹੇ ਆ। ਕਹਿੰਦੇ ਸਿੱਖ ਆਪਣਾ ਜਹਾਜ਼ ਲੈ ਕੇ ਬੰਦਰਗਾਹ ਤੇ ਲੱਗਿਆ, ਭਾਵਨਾ ਬੜੀ ਸੀ, ਆਉਂਦਾ ਜਾਂਦਾ ਅੱਗੇ ਵੀ ਸੀ। ਪਹਿਲੀ ਵਾਰ ਨਹੀਂ ਭਾਈ ਮਨਸੁਖ ਸ਼ਾਹੂਕਾਰ ਸ਼੍ਰੀਲੰਕਾ ਆਏ, ਪਰ ਸਿੱਖ ਬਣ ਕੇ ਪਹਿਲੀ ਵਾਰ ਆਏ ਨੇ। ਪਹਿਲਾਂ ਕੀ ਸੀ, ਸਨਾਤਨ ਮਤ ਨੂੰ ਮੰਨਣ ਵਾਲੇ ਹਿੰਦੂ ਧਰਮ ਦੇ ਪੁਜਾਰੀ ਸਨ ਭਾਈ ਮਨਸੁਖ। ਜਦੋਂ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਸਾਰਾ ਕੁਝ ਹੀ ਛੱਡ ਕੇ ਪਿਓਰ ਸਿੱਖ ਬਣ ਗਏ। ਹੁਣ ਜਿਸ ਵੇਲੇ ਮਨਸੁਖ ਸ਼ਾਹੂਕਾਰ ਜੋ ਬਾਣੀਆਂ ਹੈ ਪਰ ਸ਼ਾਹੂਕਾਰ ਹੈ, ਵੱਡਾ ਬੰਦਾ ਹੈ, ਜਿਹਦੇ ਆਪਣੇ ਵੱਡੇ ਵੱਡੇ ਜਹਾਜ਼ ਚੱਲਦੇ ਆ ਜੀ, ਉਹ ਛੋਟਾ ਏ, ਬਹੁਤ ਵੱਡਾ ਇਨਸਾਨ ਸੀ, ਪਰ ਜਿੱਡਾ ਉਹ ਵੱਡਾ ਉਨਾ ਹੀ ਨੀਵਾਂ ਨਿਮਰਤਾ ਕਰਕੇ। ਮਨਸੁਖ ਸ਼ਾਹੂਕਾਰ ਸਤਿਗੁਰਾਂ ਨੂੰ ਨਿਤ ਚੇਤੇ ਕਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਵੀ ਉਸ ਇਲਾਕੇ ਜਾਣਾ ਚਾਹੁੰਦੇ ਨੇ। ਗਇਓ ਸੰਗਲ ਦੀਪ ਸੁਝੇਵਾ ਨਗਰ ਸ਼ਰੋਮਨ ਥੋ ਇਕ ਤੇਵਾ। ਹੁਣ ਇਹ ਸ਼੍ਰੀਲੰਕਾ ਦਾ ਇਲਾਕਾ ਸੀ। ਹੁਣ ਸ਼੍ਰੀਲੰਕਾ ਕਿਹੜਾ ਛੋਟਾ ਜਿਹਾ ਹੈ, ਜਿਵੇਂ ਆਪਣੇ ਦੇਸ਼ ਵਿੱਚ ਕਿੰਨੀਆਂ ਸਟੇਟਾਂ ਨੇ, ਕਿੰਨੇ ਸ਼ਹਿਰ ਨੇ, ਕਿੰਨੇ ਡਿਸਟ੍ਰਿਕਟ ਨੇ, ਕਿੰਨੇ ਇਲਾਕੇ ਹਲਕੇ ਨੇ, ਇੱਦਾਂ ਹੀ ਸ਼੍ਰੀਲੰਕਾ ਦੇ ਵਿੱਚ ਹੈ। ਹੁਣ ਬੰਦਰਗਾਹ ਵੱਡੀ ਹੈ, ਪੋਰਟ ਵੱਡਾ ਹੈ। ਜਿਸ ਵੇਲੇ ਪਹੁੰਚੇ ਹੈ ਖੁਸ਼ ਬੜਾ ਹੈ, ਸ਼ੁਕਰਾਨਾ ਕਰਦਾ ਹੈ।
ਕਹਿੰਦਾ ਮਹਾਰਾਜ ਆਪ ਜੀ ਨੇ ਕਿਰਪਾ ਕਰਤੀ, ਮੈਂ ਇੱਥੇ ਪਹੁੰਚ ਗਿਆ, ਨਹੀਂ ਤੇ ਮੈਂ ਰਾਹ ਜੋਗਾ ਵੀ ਨਹੀਂ ਸੀ ਰਹਿਣਾ। ਸ਼ੁਕਰਾਨਾ ਕਰਦਾ ਕਰਦਾ ਹੁਣ ਇਹਦਾ ਸਮਾਨ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ, ਕਿਉਂਕਿ ਮਨਸੁਖ ਸ਼ਾਹੂਕਾਰ ਇਮਾਨਦਾਰ ਬੰਦਾ ਹੈ, ਬੇਈਮਾਨੀ ਹੈ ਨਹੀਂ ਸੀ ਕੋਲੇ। ਇਹਦਾ ਤੇ ਪਾਣੀ ਵੀ ਵਿਕਦਾ ਸੀ। ਤੁਸੀਂ ਅੱਜ ਵੀ ਇਮਾਨਦਾਰੀ ਰੱਖੋ, ਤੁਹਾਡਾ ਪਾਣੀ ਵੀ ਵਿਕੇਗਾ, ਬੇਈਮਾਨ ਦਾ ਤੇ ਦੁੱਧ ਵੀ ਨਹੀਂ ਵਿਕਦਾ। ਆਖੋ ਸਤਨਾਮ। ਹੁਣ ਮਨਸੁਖ ਸ਼ਾਹੂਕਾਰ ਕਦੇ ਆਪਣੇ ਬੰਦਿਆਂ ਦੀ ਮਜ਼ਦੂਰੀ ਨਹੀਂ ਰੱਖਦਾ, ਦੁੱਗਣੀ ਦਿੰਦਾ ਸੀ ਆਪਣੇ ਕੋਲੋਂ ਤਾਂ ਜੋ ਖੁਸ਼ ਰਹਿਣ, ਵੀ ਜੇ ਮੇਰੇ ਨਾਲ ਜੁੜੇ ਰਿਸ਼ਤੇ ਖੁਸ਼ ਰਹਿਣਗੇ ਤੇ ਖੁਸ਼ ਮੈਂ ਤਾਂ ਹੀ ਰਹਿਣਾ ਨਾ। ਹੁਣ ਮਨਸੁਖ ਸ਼ਾਹੂਕਾਰ ਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਭਾਵ ਬੜਾ ਹੈ, ਕਿਉਂਕਿ ਮਹਾਰਾਜ ਨੇ ਕਿਹਾ ਸੀ ਕਿਰਤ ਕਰੀ ਨਾਮ ਜਪੀ ਵੰਡ ਕੇ ਛਕੀ। ਜਦੋਂ ਸੰਗਲਾਦੀਪ ਪਹੁੰਚਿਆ, ਕਹਿ ਲੋ ਸ਼੍ਰੀਲੰਕਾ ਪਹੁੰਚਿਆ, ਜਹਾਜ਼ ਖੜਾਇਆ, ਗੱਡਿਆਂ ਤੇ ਸਮਾਨ ਲੱਦਿਆ ਗਿਆ। ਚਲੋ ਅੱਜ ਦੇ ਸਮੇਂ ਤੇ ਵੱਡੇ ਵੱਡੇ ਟ੍ਰੇਲਰ ਭਰੇ ਜਾਂਦੇ ਆ, ਘੋੜੇ ਭਰੇ ਜਾਂਦੇ ਆ। ਹੁਣ ਉਹਨਾਂ ਸਮਿਆਂ ਦੇ ਵਿੱਚ ਐਸਾ ਕੁਝ ਨਹੀਂ ਸੀ, ਗੱਡੇ ਭਰ ਭਰ ਕੇ ਵੱਡੇ ਬੰਦਰਗਾਹ ਤੋਂ ਸ਼ਹਿਰਾਂ 'ਚ ਲਿਜਾਇਆ ਜਾਂਦਾ ਸੀ। ਮਨਸੁਖ ਸ਼ਾਹੂਕਾਰ ਕੋਲ ਵੀ ਨਹੀਂ ਖੜਦਾ ਸੀ, ਉਹਨੂੰ ਪਤਾ ਸੀ ਵੀ ਜੋ ਦਿੱਤਾ ਹੈ ਪਰਮਾਤਮਾ ਦਾ, ਇਹ ਨਾ ਇਹ ਘਟਣਾ ਨਾ ਹੀ ਵਧਣਾ। ਪਰ ਇਮਾਨਦਾਰੀ ਸਭ ਤੋਂ ਵੱਡੀ। ਇੱਕ ਧਰਮੀ ਇਨਸਾਨ ਹੈ, ਸੰਗਲਾਦੀਪ ਦੀ ਧਰਤੀ ਤੇ ਆਇਆ। ਇਹ ਉਹ ਇਲਾਕਾ ਹੈ ਜਿਹਨੂੰ ਕਦੇ ਬਾਣੀ ਨੇ ਵੀ ਲਿਖਿਆ ਲੰਕਾ ਗੜ ਸੋਨੇ ਕਾ ਪਿਆ, ਜਿਹਦੀ ਲੰਕਾ ਸੋਨੇ ਦੀ ਸੀ। ਰਾਵਣ ਵੀ ਇੱਥੋਂ ਹੋਇਆ, ਤੇ ਸੋਨੇ ਦੀ ਲੰਕਾ ਵਾਲੇ ਦਾ ਦੇਸ਼ ਗਰੀਬ ਹੋਊਗਾ? ਨਹੀਂ, ਬੜਾ ਅਮੀਰ ਦੇਸ਼ ਸੀ ਉਹਨਾਂ ਸਮਿਆਂ 'ਚ। ਵੱਡੇ ਵੱਡੇ ਧਨਾੜ ਲੋਕ, ਧਨੀ ਲੋਕ ਇੱਥੇ ਰਹਿੰਦੇ ਸੀ, ਬਿਜ਼ਨਸ ਕਰਦੇ ਸੀ। ਤੇ ਫਿਰ ਉਹ ਕਿੱਡਾ ਵੱਡਾ ਧਨੀ ਹੋਣਾ, ਧਨਾੜ ਹੋਣਾ। ਭਾਈ ਮਨਸੁਖ ਸ਼ਾਹੂਕਾਰ ਜਿਹੜਾ ਲਾਹੌਰ ਤੋਂ ਚੱਲਿਆ ਸਮਾਨ ਲੈ ਕੇ, ਬੰਦਰਗਾਹ ਕਰਾਚੀ ਦੀ ਤੋਂ ਚੱਲ ਕੇ ਇੱਧਰਲੇ ਪਾਸੇ ਆ ਗਿਆ। ਕਿੱਥੇ? ਸ਼੍ਰੀਲੰਕਾ ਹੈ। ਜਦੋਂ ਸ਼੍ਰੀਲੰਕਾ ਆਇਆ, ਬੜੇ ਲੋਕ ਮਿਲਦੇ ਆ, ਵਪਾਰੀਆਂ ਨੂੰ ਵਪਾਰੀ ਮਿਲਦੇ ਆ, ਕਈ ਕਈ ਮਹੀਨਿਆਂ ਬਾਅਦ ਮਿਲਦੇ, ਕਿਉਂਕਿ ਸ਼ਿਪ 1-2 ਦਿਨਾਂ 'ਚ ਜਾਂ 5-7 ਦਿਨਾਂ ਮਹੀਨਿਆਂ 'ਚ ਨਹੀਂ ਸੀ ਲੱਗਦਾ, ਕਦੇ 6 ਮਹੀਨੇ ਬਾਅਦ, ਕਦੇ 8 ਮਹੀਨੇ ਬਾਅਦ, ਸਮੇਂ ਦੇ ਮੁਤਾਬਕ ਚੱਲਦਾ ਸੀ। ਤੇ ਫਿਰ ਹੌਲੀ ਹੌਲੀ ਉਹਨੇ ਪਹੁੰਚਣਾ। ਹੁਣ ਜਿਸ ਵੇਲੇ ਇਹਦਾ ਜਹਾਜ਼ ਲੱਗਾ, ਹੁਣ ਇਹ ਜਹਾਜ਼ ਨੇ ਤਕਰੀਬਨ 1 ਮਹੀਨਾ ਖੜਨਾ ਪੋਰਟ ਤੇ, ਖੜਦੇ ਸੀ। ਅੱਜ ਵੀ ਸ਼ਿਪ ਖੜਦੇ ਆ, 5-5 7-7 ਦਿਨ ਲੱਗ ਜਾਂਦੇ ਅੱਜ ਦੇ ਸਮੇਂ ਵੀ, ਭਾਵੇਂ ਅੱਜ ਮਕੈਨੀਕਲੀ ਯੁੱਗ ਹੈ, ਲੋਡਿੰਗ ਅਪਲੋਡਿੰਗ ਬੜੀ ਸੌਖੀ ਹੈ। ਪਰ ਉਹਨਾਂ ਸਮਿਆਂ ਦੇ ਵਿੱਚ 1-1 ਮਹੀਨਾ ਕਹਿੰਦੇ ਇੱਕ ਬੰਦਰਗਾਹ ਤੇ ਜਹਾਜ਼ ਖੜਿਆ ਰਹਿੰਦਾ ਹੈ। ਤੇ ਫਿਰ ਜਿਹੜੇ ਇਹ ਲੋਕ ਹੁੰਦੇ ਆ, ਜਹਾਜ਼ਾਂ ਦੇ ਮਾਲਕ ਤੇ ਜਹਾਜ਼ ਦਾ ਕਰੂ, ਇਹਨਾਂ ਨੂੰ ਰਹਿਣ ਵਾਸਤੇ ਸਰਾਵਾਂ ਬਣਾਈਆਂ ਹੁੰਦੀਆਂ ਸੀ ਸਮੇਂ ਦੇ ਰਾਜਿਆਂ ਨੇ, ਤਾਂ ਜੋ ਇਹ ਵਪਾਰੀ ਲੋਕ ਦੁਖੀ ਨਾ ਹੋਣ। ਇਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਉੱਥੇ ਦਿੱਤੀ ਜਾਵੇ। ਮਨ ਸੁਖ ਲੈ ਬਨਜ ਨਿਜ ਸਗਰਾ, ਪ੍ਰਾਪਤ ਭਇਓ ਜਾਏ ਤਿਹ ਨਗਰਾ। ਕਹਿੰਦੇ ਸਾਰਾ ਸਮਾਨ ਇਕੱਠਾ ਕਰਾ ਕੇ ਮਨਸੁਖ ਸ਼ਾਹੂਕਾਰ ਆਪਣੇ ਸਾਥੀਆਂ ਦੇ ਸਮੇਤ ਗੱਡਿਆਂ ਤੇ ਲੋਡ ਕਰਾ ਕੇ ਸ਼ਹਿਰ ਵਿੱਚ ਆਇਆ, ਜੋ ਕੈਪੀਟਲ ਸੀ ਉੱਥੋਂ ਦੀ, ਸਾਇਲਨ। ਉੱਥੇ ਪਹੁੰਚ ਗਿਆ। ਲੋਕਾਂ 'ਚ ਰੁਤਬਾ ਬਹੁਤ ਵੱਡਾ ਸੀ, ਉਹ ਲੋਕੀ ਮੱਥੇ ਟੇਕਦੇ ਫਿਰਦੇ, ਸਲਾਮਾਂ। ਮਾਇਆ ਤੁਹਾਡੇ ਕੋਲ ਹੋਵੇ, ਬੰਦਾ ਜਿੰਨਾ ਮਰਜ਼ੀ ਕਰੈਕਟਰ ਕਰਕੇ ਗੰਦਾ ਹੈ, ਵਿਚਾਰਾਂ ਕਰਕੇ ਗੰਦਾ ਹੈ, ਲੋਕਾਂ ਚਾਰੂ ਘਰੇ ਵਾੜਨ ਲਾਇਕ ਵੀ ਨਾ ਹੋਵੇ, ਪਰ ਜੇ ਉਹਦੇ ਕੋਲ ਪੈਸਾ ਨਾ, ਦੁਨੀਆ ਹੱਥ ਜੋੜੀ ਫਿਰਦੀ ਪਿੱਛੇ, ਕਿਉਂਕਿ ਮਾਇਆ ਬੰਦੇ ਦੀਆਂ ਕਰਤੂਤਾਂ ਤੇ ਪਰਦਾ ਪਾ ਕੇ ਰੱਖਦੀ ਹੈ। ਪਰ ਮਨਸੁਖ ਸ਼ਾਹੂਕਾਰ ਤੇ ਇੱਕ ਧਰਮਾਤਮਾ ਹੈ, ਇੱਕ ਰੱਬ ਦਾ ਪਿਆਰਾ ਏ। ਉਹ ਜਿੰਨੀ ਉਹਦੇ ਕੋਲ ਮਾਇਆ ਉਨਾ ਸਾਦਗੀ ਵਾਲਾ, ਲੱਗਦਾ ਹੀ ਨਹੀਂ ਇਹ ਧਨਾੜ ਬੰਦਾ ਹੈ। ਕਹਿੰਦੇ ਇੰਨਾ ਕੁਝ ਲੈ ਕੇ ਉਹਨੇ ਆਉਣਾ, ਸਭ ਨੂੰ ਮਿਲਣਾ, ਬੜੇ ਪਿਆਰ ਨਾਲ ਮਿਲਣਾ, ਕਿਸੇ ਨੂੰ ਤੋਹਫਾ ਦੇਣਾ, ਕਿਸੇ ਨੂੰ ਕੁਛ ਦੇਣਾ। ਮਨਸੁਖ ਸ਼ਾਹੂਕਾਰ ਦੇ ਆਇਆ, ਸ਼ਹਿਰ ਦੇ ਬਾਣੀਏ ਬੜੇ ਖੁਸ਼ ਹੁੰਦੇ ਸੀ ਵੀ ਇਹ ਉਹ ਚੀਜ਼ਾਂ ਲੈ ਕੇ ਆਉਂਦਾ ਜਿਹੜੀਆਂ ਬਹੁਤ ਮਹਿੰਗੇ ਭਾਅ ਮੁੱਲ ਤੇ ਮਿਲਦੀਆਂ ਨੇ, ਸਾਨੂੰ ਸਹੀ ਦਾਮ ਲਾਉਂਦਾ ਹੈ, ਸਹੀ ਰੇਟ ਲਾਉਂਦਾ ਏ। ਹੁਤੋ ਜਹਾਂ ਸਿਵ ਨਾਬ ਭਲਾ, ਕਰਮ ਧਰਮ ਮੇ ਚਲਤ ਬਿਸਾਲਾ। ਹੁਣ ਜਿਸ ਸ਼ਹਿਰ ਦੇ ਵਿੱਚ ਗਿਆ ਏ ਰਾਜੇ ਦੇ, ਉਹ ਰਾਜੇ ਦਾ ਨਾਮ ਹੈ ਸ਼ਿਵਨਾਬ। ਰਾਜਾ ਬੜਾ ਧਰਮੀ ਹੈ ਜੀ। ਹੁਣ ਮਨਸੁਖ ਸ਼ਾਹੂਕਾਰ ਵੀ ਧਰਮੀ ਹੈ। ਹੁਣ ਸਮੇਂ ਦਾ ਰਾਜਾ ਮਨਸੁਖ ਸ਼ਾਹੂਕਾਰ ਬਾਰੇ ਸੁਣਦਾ ਸੀ ਵੀ ਕੋਈ ਇਨਸਾਨ ਲਾਹੌਰ ਤੋਂ ਸਮਾਨ ਲੈ ਕੇ ਆਉਂਦਾ ਹੈ, ਪੰਜਾਬ ਦੀ ਧਰਤੀ ਤੋਂ, ਪਰ ਉਹਦਾ ਸਮਾਨ ਬੜਾ ਵਧੀਆ ਤੇ ਚੰਗੀ ਕੁਆਲਿਟੀ ਦਾ ਹੁੰਦਾ ਹੈ। ਇਸ ਕਰਕੇ ਉਹਦੇ ਮੰਤਰੀਆਂ ਸੰਤਰੀਆਂ ਤੋਂ ਨਾਮ ਸੁਣਿਆ ਹੋਇਆ ਸੀ। ਪਰ ਇੱਥੋਂ ਦਾ ਜਿਹੜਾ ਰਾਜਾ ਸੀ ਉਹ ਬੜਾ ਕੱਟੜ ਸੀ, ਕਿਉਂਕਿ ਆ ਜਿਹੜਾ ਧਰਮ ਸਨਾਤਨ ਮਾਤਾ ਨਾ, ਇਹ ਪਹਿਲਾਂ ਸ਼੍ਰੀਲੰਕਾ ਦੀ ਧਰਤੀ ਤੇ ਨੇਪਾਲ ਤੇ ਬਹੁਤ ਸੀ। ਜਿਵੇਂ ਅੱਜ ਵੀ ਮੰਨਦੇ ਆ ਨਾ ਵੀ ਸੀਤਾ ਜੀ ਦਾ ਜਨਮ ਨੇਪਾਲ 'ਚ ਹੋਇਆ, ਤੇ ਰਾਵਣ ਕਿੱਥੇ ਰਹਿੰਦਾ ਸੀ? ਸ਼੍ਰੀਲੰਕਾ ਦੇ ਵਿੱਚ। ਇਹ ਨੇੜੇ ਨੇੜੇ ਪੈ ਜਾਂਦੇ ਆ। ਹੁਣ ਇਸ ਇਲਾਕੇ ਵਿੱਚ ਬੁੱਤ ਪ੍ਰਸਤੀ ਬਹੁਤ ਸੀ।
ਹਿੰਦੂ ਧਰਮ ਨੂੰ ਲੋਕ ਮੰਨਦੇ ਸੀ ਤੇ ਅੱਜ ਵੀ ਜਾਓਗੇ ਨਾ, ਇਹ ਦੇਸ਼ ਹਿੰਦੂ ਧਰਮ ਨਾਲ ਜੁੜੇ ਹੋਏ ਆ। ਸਾਰੇ ਧਰਮ ਸਤਿਕਾਰਯੋਗ ਆ, ਮੰਨਦੇ ਆ। ਪਰ ਇੱਥੋਂ ਦਾ ਰਾਜਾ ਨਾ ਕੁਝ ਪੰਡਤਾਂ ਦੀ ਸੰਗਤ ਕਰਕੇ ਜ਼ਿਆਦਾ ਹੀ ਕੱਟੜ ਸੀ। ਕੱਟੜ ਵੀ ਇੰਨਾ, ਉਹ ਕਹਿੰਦਾ ਸੀ ਮੈਂ ਭੁੱਖਾ ਰਹਿਣਾ, ਤੁਸੀਂ ਰਹਿਣਾ। ਇਹ ਸੱਚ ਹੈ। ਦੁਬਈ ਵਰਗੇ ਇਲਾਕਿਆਂ 'ਚ ਜਾ ਕੇ ਵੇਖੋ, ਅਰਬ ਦੇਸ਼ਾਂ 'ਚ ਉੱਥੋਂ ਦੇ ਸ਼ੇਖ ਜੇ ਰੋਜ਼ੇ ਰੱਖਦੇ ਤੇ ਸਾਰਿਆਂ ਨੂੰ ਭੁੱਖੇ ਰਹਿਣਾ ਪੈਂਦਾ। ਜਿਹੜੇ ਹੋਟਲਾਂ 'ਚ ਰਹਿੰਦੇ ਨਾ, ਸਾਡੇ ਵਾਲਾ ਲਾਣਾ ਜਾ ਕੇ, ਉਹਨਾਂ ਦਿਨਾਂ ਦੇ ਵਿੱਚ ਜਾ ਕੇ ਇਹ ਵੀ ਭੁੱਖੇ ਮਰਦੇ ਫਿਰਦੇ, ਕਹਿੰਦੇ ਯਾਰ ਰੋਟੀ ਨਹੀਂ ਮਿਲਣੀ ਇਹਨਾਂ ਦਿਨਾਂ 'ਚ, ਪਾਣੀ ਪੀ ਸਕਦੇ ਆ, ਆਹ ਖਾ ਸਕਦੇ ਆ, ਨਹੀਂ ਖਾ ਸਕਦੇ। ਉਹਨਾਂ ਦਾ ਧਰਮ ਹੈ, ਉਹ ਆਪਣੇ ਧਰਮ ਦੇ ਮੁਤਾਬਕ ਦਿਨ ਰੱਖਦੇ ਆ। ਇਸ ਦਿਨ ਕੀ ਕਰਨਾ, ਇਸ ਦਿਨ ਕੀ ਨਹੀਂ ਕਰਨਾ। ਹੁਣ ਸ਼ੁੱਕਰਵਾਰ ਜੁਮੇ ਦਾ ਦਿਨ ਹੋਵੇ, ਹਰ ਮੁਸਲਮਾਨ ਨਮਾਜ਼ ਅਦਾ ਕਰਦਾ। ਉਹ ਕਿਸੇ ਵੀ ਕੰਮ ਹੋਵੇ ਉਹਨੂੰ ਕੰਮ ਛੱਡਣਾ ਪੈਣਾ, ਨਮਾਜ਼ ਪੜ੍ਹਨੀ ਪੈਣੀ। ਸਾਡਾ ਤੇ ਸਿੱਖਾਂ ਦਾ ਤੇ ਰੱਬ ਰੱਖ ਹੈ, ਅਸੀਂ ਤੇ ਗੁਰਦੁਆਰੇ ਰਹਿ ਕੇ ਨਹੀਂ ਸੁੱਤੇ ਉੱਠਦੇ। ਆਖੋ ਸਤਨਾਮ। ਮੈਂ ਦੂਜੇ ਤੀਜੇ ਦੀ ਕੀ ਗੱਲ ਕਰਾਂ, ਮੇਰਾ ਤੇ ਆਪਣਾ ਹੀ ਹਾਲ ਹੈ। ਪਰ ਉਹਨਾਂ ਸਮਿਆਂ ਦੇ ਵਿੱਚ ਇਹ ਰਾਜਾ ਐਡਾ ਕੱਟੜ ਸੀ, ਇਹਦੇ ਪੱਕੇ ਕਾਨੂੰਨ ਸਨ। ਕੋਈ ਇੱਥੇ ਪਰਦੇਸੀ ਆਵੇ, ਕੋਈ ਇੱਥੇ ਵਿਦੇਸ਼ੀ ਆਵੇ, ਕਿਸੇ ਧਰਮ ਨਾਲ ਜੁੜਿਆ ਪਰ ਮੇਰੇ ਧਰਮ ਨੂੰ ਫੋਲੋ ਕਰੇ, ਰੌ ਰੀਤਾਂ ਦੇ ਮੁਤਾਬਕ ਚੱਲੇ। ਅੱਜ ਵੀ ਤੁਸੀਂ ਦੁਬਈ ਜਾਂਦੇ ਹੋ, ਸਾਊਦੀ ਅਰਬ ਸਾਡੇ ਲੋਕ ਜਾਂਦੇ ਆ, ਉੱਥੋਂ ਦੇ ਕਾਨੂੰਨ ਨੂੰ ਫੋਲੋ ਕਰਨਾ ਪੈਂਦਾ ਹੈ। ਤੁਸੀਂ ਮਰਜ਼ੀ ਨਹੀਂ ਕਰ ਸਕਦੇ ਆਪਣੀ, ਹਰ ਕੰਟਰੀ ਦੇ ਆਪਣੇ ਅਸੂਲ ਹੁੰਦੇ ਆ। ਹੁਣ ਰਾਜਾ ਸ਼ਿਵਨਾਭ ਧਰਮੀ ਬੰਦਾ ਹੈ, ਪਰ ਉਹ ਆਪਣੇ ਧਰਮ 'ਚ ਪੱਕਾ ਬਹੁਤ ਹੈ, ਪਰ ਸੁਖੀ ਨਹੀਂ ਹੈ। ਧਰਮ 'ਚ ਪੱਕਾ ਹੋਣਾ ਤੇ ਅੰਦਰੋਂ ਸੰਤੁਸ਼ਟ ਹੋਣਾ, ਦੋਨੇ ਗੱਲਾਂ ਵੱਖ-ਵੱਖ ਨੇ। ਧਰਮੀ ਤੇ ਸਾਰੇ ਹੀ ਆ ਇੱਥੇ, ਜਿਹਨੂੰ ਮਰਜ਼ੀ ਪੁੱਛ ਲਾ, ਵਾਲ ਕੱਟੇ, ਤੂੰ ਕੌਣ ਆ? ਮੈਂ ਸਿੱਖਾਂ ਦਾ ਮੁੰਡਾ ਜੀ, ਮੈਂ ਮੰਨਦਾ ਜੀ ਗੁਰਦੁਆਰੇ ਨੂੰ, ਮੈਂ ਸੇਵਾ ਬੜੀ ਕਰਦਾ। ਕੀ ਪਤਾ ਤੇਰੇ ਨਾਲੋਂ ਮੈਂ ਵੱਧ ਪਾਠ ਕਰਦਾ ਵਾਂ। ਤੁਹਾਨੂੰ ਬੜੇ ਮਿਲਣਗੇ ਇਦਾਂ ਦੇ, ਉਹ ਅਮਰਧਾਰੀ ਸਿੱਖਾਂ ਨਾਲ ਟੱਕਰਾਂ ਮਾਰਦੇ ਫਿਰਨਗੇ। ਤੁਹਾਡੇ ਤੋਂ ਵੱਧ ਹੋ ਸਕਦਾ ਅਸੀਂ ਬਾਣੀ ਪੜ੍ਹਦੇ ਹੋਈਏ। ਫਿਰ ਭਾਈ ਗੁਰੂ ਕਲਗੀਧਰ ਦਾ ਤੇ ਪੁੱਤ ਉਹੀ ਹੈ, ਧੀ ਉਹੀ ਹੈ ਜਿਹਨੇ ਅੰਮ੍ਰਿਤ ਪਾਨ ਕੀਤਾ ਹੋਇਆ, ਦੂਜਾ ਤੀਜਾ ਨਹੀਂ ਹੈ। ਮਹਾਰਾਜ ਨੇ ਸਪਸ਼ਟ ਲਿਖਿਆ ਹੋਇਆ ਹੈ, ਮੇਰਾ ਪੁੱਤ ਬਣ, ਮੇਰੀ ਧੀ ਬਣ, ਬਣੇਗਾ ਉਦਣ ਜਿੱਦਣ ਬਾਪੂ ਦੀ ਮੰਨੇਗਾ। ਹੁਣ ਮਨਸੁਖ ਸ਼ਾਹੂਕਾਰ ਨਵਾਂ ਗਿਆ ਸੀ, ਪਹਿਲਾਂ ਵੀ ਆਉਂਦਾ ਜਾਂਦਾ ਸੀ, ਪਰ ਇਸ ਵਾਰ ਇਹ ਥੋੜੇ ਨਵੇਂ ਤਰੀਕੇ ਦਾ ਹੈ, ਕਿਉਂਕਿ ਸਿੱਖੀ ਧਾਰਨ ਕਰ ਲਈ। ਹੁਣ ਅੱਗੇ ਤੇ ਰਲ ਮਿਲ ਜਾਂਦਾ ਸੀ ਉਹਨਾਂ 'ਚ ਜਾ ਕੇ, ਇਸ ਵਾਰੀ ਭੋਜਨ ਵੀ ਆਪਣਾ, ਛਕਣਾ ਛਕਾਉਣਾ ਵੀ ਆਪਣਾ, ਵੀ ਮੈਂ ਕਿਸੇ ਦੇ ਧਰਮ ਦੀ ਸਿਰਦਰਦੀ ਨਾ ਬਣਾ। ਸ਼ਾਲਗ੍ਰਾਮ ਉਪਾਸਨ ਰੱਖੈ, ਬ੍ਰਤ ਇਕਾਦਸ਼ੀ ਕਰ ਅਬ ਲਖੈ। ਇੱਥੋਂ ਦਾ ਰਾਜਾ ਸ਼ਿਵਨਾਭ, ਉਹਨੇ ਬਹੁਤ ਵੱਡਾ ਸ਼ਿਵ ਦੁਆਲਾ ਬਣਾਇਆ ਹੋਇਆ ਸੀ। ਸਾਲਗ੍ਰਾਮ ਕਹਿੰਦੇ ਇੱਕ ਕਾਲਾ ਪੱਥਰ ਜਿਹਦੀ ਪੂਜਾ ਹੁੰਦੀ ਹੈ, ਉਹਨੇ ਸ਼ਿਵ ਦੁਆਲਾ ਬਣਾਇਆ, ਬਹੁਤ ਵੱਡਾ ਸਾਲਗ੍ਰਾਮ ਰੱਖਿਆ ਹੋਇਆ ਠਾਕੁਰ ਦੁਆਰੇ ਦਾ। ਤੇ ਇਕਾਦਸ਼ੀ ਦਾ ਦਿਨ ਉਹ ਮਨਾਉਂਦਾ ਹੈ, 10+1 ਇਕਾਦਸ਼ੀ, 11ਵੀਂ ਕਹਿ ਲਓ। ਉਹਨੇ ਬਹੁਤ ਵੱਡਾ ਇਸ ਦਿਨ ਵਰਤ ਰੱਖਣਾ। ਸਨਾਤਨ ਮੱਤ 'ਚ ਵਰਤ ਰੱਖਦੇ ਆ, ਬੀਬੀਆਂ ਵੀ ਰੱਖਦੇ ਆ, ਬੰਦੇ ਵੀ ਰੱਖਦੇ ਆ। ਪਰ ਕਈ ਵਾਰ ਸਾਡੇ ਸਿੱਖਾਂ ਵਾਲਾ ਹਿਸਾਬ ਨਹੀਂ ਸਮਝ ਆਉਂਦਾ ਵੀ ਜੇ ਤੁਸੀਂ ਵਰਤ ਰੱਖਦੇ ਹੋ ਫਿਰ ਤੁਸੀਂ ਰੋਜ਼ੇ ਕਿਉਂ ਨਹੀਂ ਰੱਖਦੇ? ਉਹ ਵੀ ਰੱਖ ਲਿਆ ਕਰੋ। ਜੇ ਤੁਹਾਡਾ ਇੱਧਰ ਇੰਨਾ ਪਿਆਰ ਆ, ਉੱਧਰ ਕੀ ਭਾਈਚਾਰਾ ਨਹੀਂ ਹੈ? ਇੱਕ ਪਾਸੇ ਕਹਿੰਦੇ ਪੀਰ ਬੁੱਧੂ ਸ਼ਾਹ ਸਾਡਾ ਪਿਆਰਾ ਏ, ਰੋਜ਼ੇ ਕਿਉਂ ਨਹੀਂ ਰੱਖਦੇ? ਫਿਰ ਵਰਤੀ ਕਿਉਂ? ਸਿੱਖ ਧਰਮ 'ਚ ਕੋਈ ਵਰਤ ਨਹੀਂ ਹੈ, ਕੋਈ ਰੋਜ਼ਾ ਨਹੀਂ ਹੈ। ਸਿੱਖ ਧਰਮ ਇੱਕ ਵੱਖਰਾ ਹੈ, ਇੱਕ ਵੱਖਰੀ ਕੌਮ ਹੈ, ਪਰ ਅਸੀਂ ਰਹਿਣ ਨਹੀਂ ਦਿੱਤੀ। ਸਾਡੇ ਕੋਲ ਉਹੀ ਕੁਝ ਚੱਲਦਾ ਜੋ ਦੂਜੇ ਧਰਮਾਂ 'ਚ ਹੈ, ਸਾਡਾ ਆਪਣਾ ਵੱਖਰਾ ਕੀ ਹੈ? ਜਿਨ੍ਹਾਂ ਚੀਜ਼ਾਂ ਤੋਂ ਗੁਰੂ ਨਾਨਕ ਸਾਹਿਬ ਨੇ ਰੋਕਿਆ, ਅੱਜ ਅਸੀਂ ਉਹੀ ਕਰਕੇ ਗੁੱਡ ਫੀਲ ਕਰਦੇ ਹਾਂ। ਦੱਸੀਦਾ ਬਾਬਾ ਵੇਖ, ਸਿੱਖ ਵੀ ਤੇਰਾ, ਮੰਨਦਾ ਵੀ ਤੇਰੀ ਨਹੀਂ। ਆਖੋ ਸਤਨਾਮ। ਤੇਰੀ ਮਰਜ਼ੀ ਰੱਖਣਾ ਰੱਖ, ਅੱਗੇ ਨਾ ਸਹੀ। ਹੁਣ ਜਦੋਂ ਇੱਥੇ ਪਤਾ ਲੱਗਿਆ ਮਨਸੁਖ ਸ਼ਾਹੂਕਾਰ ਨੂੰ ਵੀ ਠਾਕੁਰ ਦੁਆਰੇ ਰੋਜ਼ ਜਾਣਾ ਪੈਂਦਾ ਹੈ, ਮਤਲਬ ਮੰਦਰ ਜਾਣਾ ਪਏਗਾ, ਪੰਡਤਾਂ ਦੇ ਪੈਰ ਵੀ ਧੋਣੇ ਪੈਣੇ ਆ, ਪੂਜਾ ਵੀ ਕਰਨੀ ਪੈਣੀ ਹੈ। ਪਰ ਆਪਣਾ ਮਨ ਮਨਾਇਆ, ਮਨਾ ਜੋ ਮਰਜ਼ੀ ਹੋ ਜੇ, ਤੂੰ ਨਹੀਂ ਜਾਣਾ। ਤੇਰਾ ਠਾਕੁਰ ਪਰਮਾਤਮਾ ਪਰਮੇਸ਼ਵਰ ਅਕਾਲ ਪੁਰਖ ਹੈ, ਤੂੰ ਕਿਸੇ ਹੋਰ ਦਾ ਪੁਜਾਰੀ ਹੋ ਨਹੀਂ ਸਕਦਾ। ਸਰਬ ਨਗਰ ਨਰ ਰਹਿਤ ਅਨਸਨਾ, ਤੇ ਦਿਨ ਕੋਈ ਨ ਕਰਹੀ ਅਸਨਾ। ਹੁਣ ਜਦੋਂ ਇਕਾਦਸ਼ੀ ਦਾ ਦਿਨ ਆਉਂਦਾ, ਕਹਿੰਦੇ ਸਾਰਾ ਦੇਸ਼ ਵਰਤ ਰੱਖਦਾ ਜੀ, ਕਿਸੇ ਘਰ ਚੁੱਲ੍ਹਾ ਨਹੀਂ ਬਲਦਾ। ਹੁਣ ਜਿਹੜੀ ਉਸ ਵੇਲੇ ਦੀ ਪੁਲਿਸ ਹੈ, ਉਹ ਵੀ ਲੋਕਾਂ ਦੇ ਚੁੱਲ੍ਹਿਆਂ ਤੇ ਰੇਡ ਮਾਰਦੀ ਫਿਰਦੀ। ਉਹ ਕੋਈ ਚੋਰੀ ਛਿਪੇ ਅੱਗ ਤਾਂ ਨਹੀਂ ਵਾਲੀ ਬੈਠਾ, ਕਿਉਂ ਕਾਨੂੰਨ ਹੈ ਜੀ। ਅੱਜ ਇੰਨੇ ਕਾਨੂੰਨ ਸਖਤ ਨਹੀਂ ਜਿੰਨੇ ਪਹਿਲਾਂ ਰਾਜੇ ਮਹਾਰਾਜਿਆਂ ਦੇ ਹੁੰਦੇ ਸੀ। ਉਦੋਂ ਤੇ ਸਿੱਧਾ ਕਹਿੰਦੇ ਸੀ ਲੈ ਆ ਫਾਹੇ ਟੰਗ ਇਹਨੂੰ, ਫਾਂਸੀ ਦੇ ਇਹਨੂੰ। ਹੁਣ ਵਾਲਾ ਕੰਮ ਥੋੜੀ ਬੰਦਾ, ਪਹਿਲਾਂ ਲੋਅਰ ਕੋਰਟ, ਫਿਰ ਹਾਈ ਕੋਰਟ, ਫਿਰ ਸੁਪਰੀਮ ਕੋਰਟ, ਫਿਰ ਰਾਸ਼ਟਰਪਤੀ ਕੋਲ ਅਪੀਲ। ਹੁਣ ਤੇ 100 ਦਾ ਪੇਚ ਨੇ ਡੈਮੋਕ੍ਰੇਸੀ ਵਿੱਚ। ਪਰ ਰਾਜਿਆਂ ਦੇ ਰਾਜ 'ਚ ਕਿੱਥੇ ਸੀ?
ਦੁਬਈ ਵਰਗੇ ਇਲਾਕਿਆਂ 'ਚ ਕੋਰਟ ਕਚਹਿਰੀਆਂ ਵੀ ਨੇ, ਪਰ ਉਹ ਜਿਹਨੂੰ ਟੰਗਣਾ ਚਾਹੁੰਦੇ ਆ, ਗਾਟਾ ਵੱਢਣਾ ਚਾਹੁੰਦੇ, ਵੱਢ ਕੇ ਦੱਸਦੇ, ਕਹਿੰਦੇ ਗਿਆ। ਕਿਉਂ ਕਰਦੇ ਆ? ਵੀ ਕਾਨੂੰਨ ਦਾ ਡਰ ਰਹੇ। ਹੁਣ ਇੱਥੋਂ ਦਾ ਰਾਜਾ ਕੱਟੜ ਬਹੁਤ ਸੀ। ਉਹ ਕਹਿੰਦਾ ਸੀ ਮੇਰੇ ਦੇਸ਼ ਵਿੱਚ ਕੋਈ ਬਾਹਰੋਂ ਆ ਕੇ ਬੰਦਾ ਮੇਰੇ ਧਰਮ ਦਾ ਨਿਰਾਦਰ ਨਾ ਕਰੇ। ਨਿਰਾਦਰ ਕੀ ਹੈ? ਵੀ ਮੈਂ ਇਕਾਦਸ਼ੀ ਮਨਾਵਾਂ, ਵਰਤ ਰੱਖਾਂ, ਮੈਂ ਆਪ ਭੁੱਖਾਂ, ਮੇਰੀਆਂ ਰਾਣੀਆਂ ਭੁੱਖੀਆਂ, ਮੇਰੀ ਪ੍ਰਜਾ ਭੁੱਖੀ, ਤੇ ਕੋਈ ਬਾਹਰੋਂ ਆ ਕੇ ਪਰੌਂਠੇ ਪਕਾਵੇ, ਥੋੜੀ ਬਰਦਾਸ਼ਤ ਹੋਣਾ ਹੈ। ਤੇ ਜਿਸ ਘਰ 'ਚੋਂ ਅੱਗ ਬਲੂਗੀ ਉਹਨੂੰ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾਊਗਾ। ਮਨਸੁਖ ਸ਼ਾਹੂਕਾਰ ਨੇ ਸੋਚਿਆ ਵੀ ਮੇਰੇ ਨਾਲ ਬੰਦੇ ਵੀ ਇੰਨੇ ਆ, ਕੁਛ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਆ, ਨਾ ਤੇ ਮੈਂ ਵਰਤ ਰੱਖਣਾ, ਨਾ ਮੈਂ ਕਰਨੀ ਪੂਜਾ, ਤੇ ਨਾ ਆਪਾਂ ਰਹਿਣਾ ਭੁੱਖੇ। ਇਹ ਤੇ ਆਪਣਾ ਕੰਮ ਹੀ ਨਹੀਂ ਹੈ, ਆਪਣਾ ਤੇ ਧਰਮ ਹੀ ਨਹੀਂ ਹੈ। ਠੀਕ ਹੈ, ਜਿਨ੍ਹਾਂ ਦਾ ਧਰਮ ਆ ਉਹਨਾਂ ਨੂੰ ਮੁਬਾਰਕ, ਮਾੜਾ ਕਦ ਕਿਹਾ? ਤੁਹਾਡਾ ਧਰਮ ਤੁਹਾਨੂੰ ਮੁਬਾਰਕ ਜੀ, ਸਦਕੇ ਮੰਨੋ ਪੂਜੋ। ਪਰ ਜੇ ਤੁਸੀਂ ਮੇਰੇ ਤੇ ਥੋਪੋ ਜਾਂ ਕਿਸੇ ਸਿੱਖ ਤੇ ਥੋਪੋ ਵੀ ਤੈਨੂੰ ਵੀ ਕਰਨਾ ਪੈਣਾ, ਇਹ ਤਾਂ ਨਹੀਂ ਹੁੰਦਾ ਕਦੇ। ਸਾਹਿਬਜ਼ਾਦਿਆਂ ਤੇ ਥੋਪੇ ਹੀ ਜਾਂਦਾ ਸੀ ਵੀ ਕਲਮਾ ਪੜ੍ਹ ਲਓ ਫੇਰ ਕੀ ਜਾਂਦਾ ਹੈ। ਕਹਿੰਦੇ ਨਾ, ਤੁਹਾਨੂੰ ਤੁਹਾਡਾ ਧਰਮ ਮੁਬਾਰਕ, ਸਾਨੂੰ ਸਾਡਾ ਸਿਰ ਚਲਿਆ ਜਾਵੇ, ਅਸੀਂ ਕਲਮਾ ਨਹੀਂ ਪੜਾਂਗੇ। ਅੱਜ ਵਾਲੇ ਕਹਿੰਦੇ ਮਰਨੀ ਮਰ ਜਾਾਂਗੇ ਪਰ ਵਰਤ ਨਹੀਂ ਛੱਡਾਂਗੇ। ਆਖੋ ਸਤਨਾਮ। ਆ ਵੀ ਕਰਨਾ ਅਸੀਂ, ਉਹ ਵੀ ਕਰਨਾ ਸੀ, ਇਹ ਵੀ ਕਰ ਲੈਣਾ। ਅੱਧ ਤੋਂ ਵੱਧ ਸਾਡੇ ਸਿੱਖਾਂ ਦੇ ਵਿੱਚ, ਪੰਜਾਬੀਆਂ ਦੇ ਵਿੱਚ ਜਿਹੜਾ ਕੰਮ ਚੱਲਦਾ ਨਾ, ਸਰਾਤਰੀ ਮੱਤ ਦਾ ਹੈ। ਬਹੁਤ ਕੁਛ ਐਸਾ ਸਾਡੇ 'ਚ। ਰਹਿਤ ਮਰਿਆਦਾ ਅਕਾਲ ਤਖਤ ਸਾਹਿਬ ਦੀ ਪੜ੍ਹ ਕੇ ਵੇਖੋ, ਪਤਾ ਫੇਰ ਲੱਗਦਾ, ਧੂੰਆਂ ਨਿਕਲ ਜਾਂਦਾ ਨੱਕ ਕੰਨ 'ਚੋਂ। ਵੀ ਮਨਾ ਜੋ ਕੁਝ ਇੱਥੇ ਦੱਸੇ ਤੇ ਅਸੀਂ ਸੁਪਨੇ 'ਚ ਵੀ ਨਹੀਂ ਕਰ ਸਕਦੇ, ਨਾ ਕੀਤਾ। ਹੁਣ ਜਦੋਂ ਮਨਸੁਖ ਸ਼ਾਹੂਕਾਰ ਆਇਆ, ਇਹਨੇ ਆਪਣੇ ਸਾਥੀਆਂ ਨੂੰ ਵੀ ਕਹਿਤਾ ਵੀ ਆਪਾਂ ਕੋਈ ਵਰਤ ਨਹੀਂ ਕਰਨਾ, ਸਾਡੇ ਧਰਮ 'ਚ ਹੀ ਹੈ ਨਹੀਂ। ਮੈਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਵੀ ਭੁੱਖਿਆ ਭੁੱਖ ਨਾ ਉਤਰੈ, ਜੇ ਬੰਨਾ ਪੁਰੀਆ ਭਾਰ। ਭੁੱਖੇ ਦੀ ਭੁੱਖ ਵੀ ਨਹੀਂ ਲੱਥਦੀ, ਭਾਵੇਂ ਲੱਖਾਂ ਪੁਰੀਆਂ ਦੇ ਭਾਰ ਬੰਨ ਕੇ ਫਿਰੀ ਚੱਲ ਜਾ, ਲੱਖਾਂ ਪੁਰੀਆਂ 'ਚ ਜਾਇਆ, ਨਹੀਂ ਕੁਛ ਹੋਣਾ। ਕਿਉਂਕਿ ਮਰਦ ਨੇ ਬੜਾ ਕੁਝ ਲਿਖਿਆ ਹੋਇਆ, ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਕਹਿੰਦੇ ਨਾ ਉਹ ਰੰਡੀ ਹੈ, ਨਾ ਉਹ ਸੁਹਾਗਣ ਹੈ, ਜਿਹੜੀ ਅੰਨ ਛੱਡ ਕੇ ਬੈਠੀ ਹੈ। ਤੇ ਉਹਨੇ ਕਰਨਾ ਕੀ ਹੈ? ਸਵੇਰੇ ਭੁੱਖੀ ਹੈ, ਸ਼ਾਮ ਨੂੰ ਸਾਰੇ ਮਹੱਲੇ ਦਾ ਫਰੂਟ ਖਾ ਜਾਣਾ। ਹੁੰਦਾ ਤਾਂ ਇਦਾਂ ਹੀ ਹੈ। ਫਿਰ ਕਾਹਦਾ ਵਰਤ ਹੈ ਜੀ? 2-2 ਕਿਲੋ ਕੇਲੇ, 4-4 ਕਿਲੋ ਸੇਬ, 5-5 ਮੱਠੀਆਂ, 6-6 ਰੋਟੀਆਂ, ਉਤੋਂ ਦੁੱਧ ਸੜਾਕਣਾ, ਤੇ ਫਿਰ ਦੱਸੋ ਕਿਹੜਾ ਵਰਤ ਰਹਿ ਗਿਆ? ਆਖੋ ਸਤਨਾਮ। ਨੁਕਸਾਨ ਕਿੰਨਾ ਇਸ ਚੀਜ਼ ਦਾ? ਕਦੇ ਬਾਣੀ ਪੜ੍ਹ ਲਿਓ, ਸਮਝ ਆ ਜੂ, ਅੱਗੇ ਦੱਸ ਹੀ ਦੇਣਾ ਕਵੀ ਜੀ ਨੇ। ਹੁਣ ਜਦੋਂ ਇੱਥੋਂ ਦੇ ਰਾਜੇ ਦਾ ਪੱਕਾ ਕਰਮ ਸੀ ਵੀ ਵਰਤ ਰੱਖਣਾ, ਮਨਸੁਖ ਸ਼ਾਹੂਕਾਰ ਨੂੰ ਚਿੰਤਾ ਵੀ ਹੈ ਨਹੀਂ ਵੀ ਵਰਤ ਵਾਲਾ ਦਿਨ ਇਕਾਦਸ਼ੀ ਆਊਗੀ, ਕਿਉਂਕਿ ਮਹੀਨਾ ਡੇਢ ਮਹੀਨਾ ਰਹਿਣਾ ਪੈਣਾ ਇੱਥੇ, ਉਹ ਮੰਨਣਾ ਪੈਣਾ। ਪਰ ਨਾਲ ਦੇ ਸਾਥੀ ਡਰਦੇ ਆ ਵੀ ਜੇ ਆਪਾਂ ਵਰਤ ਨਾ ਰੱਖਿਆ, ਕਾਨੂੰਨ ਦੀ ਉਲੰਘਣਾ ਹੈ, ਸਾਡੀਆਂ ਪੇਸ਼ੀਆਂ ਪੈਣੀਆਂ ਨੇ। ਭਾਨ ਉਦੇਤੀ ਕਰੇ ਸਨਾਨਾ, ਤਿਲਕ ਲਗਾਵੇਂ ਤਨ ਬਿਦਨਾਨਾ। ਹੁਣ ਇਕਾਦਸ਼ੀ ਦੇ ਦਿਨ ਤੇ ਅੱਗੋਂ ਪਿੱਛੋਂ ਵੀ ਇੱਕ ਪ੍ਰਵਧਾਨ ਬਣਾਇਆ ਹੋਇਆ ਸੀ ਵੀ ਕਿਸੇ ਨੇ ਸਵੇਰੇ ਸਵਖਤੇ ਨਹਾਉਣਾ ਹੀ ਨਹੀਂ। ਮੈਂ ਕਹਿੰਦਾ ਜੇ ਸਾਡੇ ਵਾਲੇ ਪਾਸੇ ਹੋ ਜੇ ਤੇ ਬੌਝਾ ਨਹੀਂ, ਆਪਣੇ ਵਾਲੇ ਡਿਪਾਰਟਮੈਂਟ 'ਚ ਕਰ ਦਵੇ ਕੋਈ ਸਿੱਖਾਂ ਨੂੰ ਵੀ ਲੈ ਵੀ ਸਿੱਖਾ 9 ਵਜੇ ਤੱਕ ਨਹਾਇਆ ਵੀ ਤੇਰਾ ਪ੍ਰਵਾਨ ਹੈ, ਮਰਦ ਨੂੰ ਇਸ ਤੋਂ ਹੀ ਨਾ ਨਹਾਈਏ। ਸਾਡਾ ਤਾਂ ਹਾਲ ਹੈ। ਪਰ ਉਸ ਵੇਲੇ ਇੱਕ ਕੱਟੜਤਾ ਸੀ ਵੀ 7 ਵਜੇ ਤੋਂ ਪਹਿਲਾਂ ਕਿਸੇ ਨੇ ਨਹੀਂ ਨਹਾਉਣਾ। 7 ਤੋਂ ਭਾਵ ਜਦੋਂ ਸੂਰਜ ਚੜ ਗਿਆ, ਸੂਰਜ ਚੜੇ ਇਸ਼ਨਾਨ ਕਰਨਾ, ਉਸ ਤੋਂ ਬਾਅਦ ਠਾਕੁਰ ਦੁਆਰੇ ਜਾ ਕੇ ਠਾਕੁਰ ਦੀ ਪੂਜਾ ਕਰਨੀ ਹੈ। ਪੰਗਾ ਕਿਹੜੀ ਗੱਲ ਦਾ ਪੈ ਗਿਆ? ਭਾਈ ਮਨਸੁਖ ਸ਼ਾਹੂਕਾਰ ਅੰਮ੍ਰਿਤ ਵੇਲਾ ਸਾਂਭਦਾ ਹੈ, ਸਵਖਤੀ ਉੱਠਦਾ ਹੈ। ਉਹ ਕਹਿੰਦੇ ਸੂਰਜ ਚੜਿਆ ਉੱਠਣਾ ਹੈ, ਉਸ ਵੇਲੇ ਨਹਾਉਣਾ, ਨਹਾ ਕੇ ਫਿਰ ਮੰਦਿਰ ਵਿੱਚ ਪੂਜਾ ਕਰਨੀ ਹੈ। ਅਸ ਪਰ ਘਰ ਕਿਰੀਤ ਨਰੇਸ਼ਾ, ਆਪ ਕਰੇ ਕਿ ਦੇਸ਼ ਨ ਦੇਸ਼ਾ। ਹੁਣ ਸਾਰੇ ਕਾਨੂੰਨਾਂ ਵਿੱਚ ਸਮੇਂ ਦੇ ਰਾਜੇ ਸ਼ਿਵਨਾਮ ਨੇ ਰਿਆਇਤ ਦਿੱਤੀ ਹੋਈ, ਪਰ ਉਹ ਆਪਣੇ ਧਰਮ ਦੀ ਕੱਟੜਤਾ 'ਚ ਐਡਾ ਪੱਕਾ ਹੈ, ਉਹਦੀ ਕੋਈ ਰਿਆਇਤ ਨਹੀਂ ਦਿੱਤੀ ਕਿਸੇ ਨੂੰ, ਕੋਈ ਲਿਹਾਜ਼ ਨਹੀਂ। ਕਹਿੰਦਾ ਜਿਹੜਾ ਬੰਦਾ ਮੇਰੇ ਹੁਕਮ ਦੀ ਅਦੁੱਲੀ ਕਰਦਾ ਉਹਨੂੰ ਉੱਥੇ ਹੀ ਕਤਲ ਕਰਕੇ ਆ ਜਾਓ, ਕੋਈ ਰੌਲਾ ਨਹੀਂ। ਬਾਕੀ ਕੰਮਾਂ 'ਚ ਬਖਸ਼ਿਆ ਜਾ ਸਕਦਾ, ਇੱਥੇ ਨਹੀਂ। ਹੁਣ ਵੇਖੋ ਜੀ, ਭਾਈ ਮਨਸੁਖ ਸ਼ਾਹੂਕਾਰ ਇੱਕ ਸਿੱਖ ਹੈ, ਤੇ ਸਿੱਖ ਦੀ ਸਿੱਖੀ ਕਿੱਥੇ ਖੜੀ ਹੈ, ਤੇ ਅੱਜ ਸਾਡੇ ਵਾਲੀ ਸਿੱਖੀ ਕਿੱਥੇ ਹੈ, ਉਹ ਸਾਨੂੰ ਵੀ ਨਹੀਂ ਪਤਾ ਲੱਗਦਾ। ਵੀ ਕਈ ਵਾਰ ਨਾ ਕਿਤੇ ਟੰਗੀ ਹੋ ਰਹਿ ਜਾਂਦੀ ਕੀਲੀ ਤੇ, ਸਾਡੇ ਵਾਲੇ ਲਾਣੇ ਦਾ ਹਾਲ ਹੈ। ਪਰ ਮਾਫ ਕਰਿਓ, ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਦੀ ਅਪਰੰਗ ਅਪਾਰ ਕਿਰਪਾ ਨਾ, ਉਹ ਇੱਕ ਪਲ ਵੀ ਆਪਣੇ ਕਕਾਰਾਂ ਤੋਂ ਦੂਰ ਨਹੀਂ ਹੁੰਦੇ। ਇੱਕ ਪਲ ਜਿਹਨੂੰ ਕਹਿੰਦੇ, ਮਰਜ਼ ਕਿਰਪਾ ਸਾਰਿਆਂ ਤੇ ਰੱਖਣ। ਇਹ ਹਰ ਇੱਕ ਸਿੱਖ ਪੱਕਾ ਹੋਵੇ। ਇਤਿਹਾਸ ਸੁਣ ਕੇ ਇਹੀ ਹੁੰਦਾ ਹੈ। ਹੁਣ ਵੇਖੋ ਸਨਾਤਨ ਲੋਕ ਕਿੰਨੇ ਪੱਕੇ ਆ ਜੀ, ਉਹ ਰਾਜਾ ਕਿੱਡਾ ਪੱਕਾ ਹੈ, ਹੋਣਾ ਚਾਹੀਦਾ, ਮੁਬਾਰਕ ਹੈ, ਉਹਦਾ ਧਰਮ ਹੈ, ਉਹ ਆਪਣੇ ਧਰਮ 'ਚ ਪੱਕਾ, ਕਿੱਡੀ ਖੁਸ਼ੀ ਦੀ ਗੱਲ ਹੈ। ਪਰ ਭਾਈ ਮਨਸੁਖ ਸ਼ਾਹੂਕਾਰ ਤੇ ਜੇ ਉਹ ਆਪਣਾ ਕਾਨੂੰਨ ਲਾਗੂ ਕਰੂਗਾ, ਇਹ ਗੱਲ ਚੰਗੀ ਹੋਣੀ ਨਹੀਂ।
ਤੇ ਪੁਰ ਪਰਵੇਸ਼ਿਓ ਮਨ ਸੁਖ ਜਾਏ, ਸਰਬ ਬਨਜ ਕੀ ਸੋਜ ਲਵਾਈ। ਹੁਣ ਜਿੰਨੀ ਬਣਜਾਰੇ ਦੀ ਸਮਗਰੀ ਸੀ ਸ਼ਾਹੂਕਾਰ ਦੀ ਨੇ ਸਾਰੀ ਵੇਚ ਦਿੱਤੀ, ਲਾ ਦਿੱਤੀ, ਕੁਝ ਸਮਾਨ ਰਹਿ ਗਿਆ, ਇਸ ਕਰਕੇ ਰਹਿਣਾ ਪੈ ਗਿਆ। ਹੁਣ ਭਾਗਾਂ ਨਾਲ ਹੀ ਕਹਿੰਦੇ ਉਹ ਇਕਾਦਸ਼ੀ ਨੇੜੇ ਆ ਗਈ, ਪਤਾ ਲੱਗਿਆ ਵੀ ਚਾਹ ਕੇ ਵੀ ਮੈਂ ਇੱਥੋਂ ਜਾ ਨਹੀਂ ਸਕਦਾ, ਜਦੋਂ ਤੱਕ ਸਾਰਾ ਸਮਾਨ ਨਹੀਂ ਵਿਕਦਾ ਮੈਂ ਚਲਿਆ ਕਿਵੇਂ ਜਾਵਾਂ। ਬੜਿਆਂ ਨਾਲ ਆਧਾਰ ਸੁਧਾਰ ਹੁੰਦਾ ਸੀ, ਕਿਸੇ ਨੇ ਪੈਸੇ ਪਹਿਲਾਂ ਲੈ ਲਏ, ਕਿਸੇ ਨੇ ਬਾਅਦ ਚੋਂ ਦੇਣੇ ਆ। ਤੇ ਵਪਾਰੀਆਂ ਦਾ ਅੱਜ ਵੀ ਚੱਲਦਾ ਜੀ, ਆੜਤੀਆਂ ਨਾਲ ਲੋਕਾਂ ਦਾ ਚੱਲਦਾ ਰਿਹਾ, ਹੁਣ ਤੱਕ ਚੱਲਦਾ ਹੈ। ਪਰ ਵਪਾਰ ਵਿੱਚ ਵੀ ਇੱਦਾਂ ਹੀ ਹੁੰਦਾ, ਵਪਾਰ ਮੰਡਲ 'ਚ ਜਦੋਂ ਕਹਿੰਦੇ ਸਾਰੀਆਂ ਗੱਲਾਂ ਸੋਚੀਆਂ, ਮਨ 'ਚ ਆਇਆ ਵੀ ਮਨ ਚੱਲ ਆਪਾਂ ਨੂੰ ਕੀ ਡਰ ਹੈ, ਅਸੀਂ ਵੀ ਤੇ ਗੁਰੂ ਨਾਲ ਜੁੜੇ ਆ ਨਾ, ਪੱਕੇ ਆ। ਜੇ ਉਹਨੂੰ ਆਪਣਾ ਧਰਮ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ ਹੈ, ਅਸੀਂ ਕਿਉਂ ਕਿਸੇ ਨੂੰ ਬੁਰਾ ਕਹਿਣਾ ਹੈ। ਮਨਸੁਖ ਸ਼ਾਹੂਕਾਰ ਨੇ ਕਿਸੇ ਨੂੰ ਮਾੜਾ ਵੀ ਨਾ ਕਿਹਾ, ਚੁੱਪ ਰਿਹਾ, ਵਕਤ ਬਤੀਤ ਕਰਦਾ ਰਿਹਾ। ਪਰ ਕਈ ਲੋਕ ਇਹਦੇ ਨਾਲ ਜੈਲਸ ਕਰਦੇ ਸੀ। ਮਨਸੁਖ ਸ਼ਾਹੂਕਾਰ ਦਾ ਜੀਵਨ ਵੇਖ ਕਈ ਵਪਾਰੀ ਇਹ ਤੋਂ ਸਾੜਾ ਰੱਖਦੇ ਨੇ। ਮੇਰਾ ਕੀਨ ਥਾਏ ਸ਼ੁਭ ਦੇਖੀ, ਜਿਸ ਮੈਂ ਸਿੱਖੀ ਰੀਤ ਵਸੇਖੀ। ਆਖਰਕਾਰ ਜਿੱਥੇ ਰਾਜਾ ਵਸਦਾ ਸੀ, ਰਾਜੇ ਦੇ ਨਗਰ ਦੇ ਨੇੜੇ, ਇਲਾਕੇ ਦੇ ਮਹਿਲਾਂ ਦੇ ਨੇੜੇ ਇੱਕ ਦੋ ਸਿੱਖਾਂ ਦੇ ਘਰ ਸੀ। ਭਾਈ ਮਨਸੁਖ ਸ਼ਾਹੂਕਾਰ ਉਸ ਇਲਾਕੇ ਦੇ ਜਾ ਕੇ ਉਹਨੇ ਡੇਰਾ ਕਰ ਲਿਆ, ਟਿਕਾਣਾ ਕਰ ਲਿਆ ਵੀ ਚੱਲ ਸਿੱਖ ਭਾਈ ਨੇੜੇ ਨੇ, ਆਉਣਾ ਜਾਣਾ ਸਹੀ, ਉੱਠਣਾ ਬੈਠਣਾ ਸਹੀ। ਕਿਉਂਕਿ ਵਿਦੇਸ਼ ਵਿੱਚ ਜਾ ਕੇ ਬੰਦਾ ਪੰਜਾਬੀ ਨੂੰ ਪਸੰਦ ਕਰਦਾ, ਇੱਥੇ ਭਾਵੇਂ ਮੂੰਹ ਬਣਾਉਂਦਾ ਫਿਰੇ ਵੀ ਲੈ ਆ ਵੀ ਸਾਡੇ ਪੰਜਾਬ ਵਾਲਾ ਤੁਰਿਆ ਫਿਰਦਾ ਹਿਮਾਚਲ 'ਚ, ਆ ਲੈ MP 'ਚ ਵੀ ਪੰਜਾਬੀ ਤੁਰੇ ਫਿਰਦੇ। ਅਸੀਂ ਪਤਾ ਉਹ ਯਾਰ ਸਾਡੇ ਪੰਜਾਬੀਆਂ ਨੇ ਗੰਦ ਪਾਇਆ, ਜਿੱਥੇ ਮਰਜ਼ੀ ਚੱਲ ਜਾਓ ਉੱਥੇ ਹੀ ਫਿਰੀ ਜਾਂਦੇ। ਤੇ ਜਦੋਂ ਜਾਈਏ ਪ੍ਰਦੇਸ਼ ਕਿਸੇ ਏਅਰਪੋਰਟ ਤੇ ਉਤਰੀਏ, ਫਿਰ ਐਂ ਭੱਜ ਮਿਲਦੇ ਬਿਨਾਂ ਜਾਣ ਪਛਾਣ, ਜਿਵੇਂ ਕਿਤੇ ਭੂਆ ਦਾ ਮੁੰਡਾ ਹੁੰਦਾ ਲੋਕਾਂ ਦਾ ਹਾਲ ਇਹ। ਉੱਥੇ ਮਿਲਣਗੇ ਜਾ ਕੇ, ਇੱਥੇ ਬੁਲਾਉਂਦੇ ਨਹੀਂ ਗਵਾਂਢੀ ਨੂੰ ਗਵਾਂਢੀ, ਆਹ ਹਾਲਤ ਹੈ। ਪਰ ਉਸ ਵੇਲੇ ਜਦੋਂ ਆ ਕੇ ਰੋਕਿਆ, ਕੁਝ ਸਿੱਖਾਂ ਨੇ ਵੀ ਇਹ ਸਾਰੀ ਗੱਲ ਦੱਸਤੀ ਵੀ ਅਸੀਂ ਚੋਰੀ ਛਪੂਰੀ ਭੋਜਨ ਕਰ ਲੈਂਦੇ ਆ, ਅਸੀਂ ਕਿਸੇ ਨੂੰ ਦੱਸਿਆ ਨਹੀਂ ਆ, ਕਿਉਂਕਿ ਉਹ ਸਿੱਖ ਨੇ ਜੀ। ਨਾ ਉਹਨਾਂ ਨੇ ਸ਼ਿਵ ਵਾਲੇ ਜਾਣਾ, ਨਾ ਮੰਦਰ ਜਾਣਾ, ਨਾ ਆਰਤੀ ਕਰਨੀ, ਨਾ ਪੂਜਾ ਕਰਨੀ, ਨਾ ਗੰਗਾ ਜਲ ਛਕਣਾ, ਕੁਝ ਵੀ ਨਹੀਂ ਕਰਨਾ। ਪਰ ਉਹ ਚੁੱਪ ਸੀ। ਉਹਨਾਂ ਸਿੱਖਾਂ ਨੂੰ ਵੀ ਚਿੰਤਾ ਪੈ ਗਈ ਵੀ ਜੇ ਇਹਨੇ ਵੱਡੇ ਪੱਧਰ ਤੇ ਰੋਟੀ ਬਣਾਉਣੀ ਸ਼ੁਰੂ ਕਰਤੀ, ਇਹ ਸਾਨੂੰ ਵੀ ਮਰਾਊ। ਹੈ ਤੇ ਸੁਭਾਵਿਕ ਗੱਲ ਹੈ। ਹੁਣ ਇਹਦੇ ਨਾਲ ਇੰਨੇ ਵਰਕਰ ਨੇ, ਪ੍ਰਸ਼ਾਦਾ ਬਣੂ, ਰੋਟੀ ਬਣੂ, ਇਹ ਕਹਿੰਦਾ ਮੈਂ ਡਰਦਾ ਹੀ ਨਹੀਂ ਕਿਸੇ ਤੋਂ, ਮੈਂ ਤੇ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ। ਉਹਨਾਂ ਸਿੱਖਾਂ ਨੂੰ ਵੀ ਚਿੰਤਾ ਹੋ ਗਈ। ਸ਼੍ਰੀ ਨਾਨਕ ਜਿਉ ਆਇਸ ਪਰਾਹੀ, ਨਿਤ ਪ੍ਰਤ ਕਰ ਹੈ ਤਿਉ ਨਿਰਵਾਹੀ। ਹੁਣ ਜਿਵੇਂ ਸਤਿਗੁਰਾਂ ਦੀ ਆਗਿਆ ਸੀ, ਕਹਿੰਦੇ ਸਿੱਖ ਉਸੇ ਤਰ੍ਹਾਂ ਕਰਦਾ ਹੈ। ਹੁਣ ਰੋਜ਼ ਦੀ ਆਗਿਆ ਸੀ ਵੀ ਲੇਟ ਨਹਾਉਣਾ ਹੈ, ਕਿਸੇ ਨੇ ਛੇਤੀ ਨਹੀਂ ਨਹਾਉਣਾ। ਕਿਉਂ ਕੀਤਾ ਸੀ? ਕਿਉਂਕਿ ਉੱਥੋਂ ਦੇ ਜਿਹੜੇ ਪੰਡਤ ਸੀ ਵਿਚਾਰੇ, ਉਹਨਾਂ ਤੋਂ ਉੱਠਿਆ ਨਹੀਂ ਸੀ ਜਾਂਦਾ। ਉਹਨਾਂ ਮਰਿਆਦਾ ਬਣਾਤੀ ਵੀ ਜਦੋਂ ਤੱਕ ਸ਼ਿਵ ਦਵਾਲਾ ਨਹੀਂ ਖੁੱਲ੍ਹਦਾ ਤੁਸੀਂ ਨਹੀਂ ਆਉਣਾ। ਮਰਿਆਦਾ ਤੇ ਇਹਨਾਂ ਦੇ ਹੱਥ ਹੀ ਹੁੰਦੀ ਬਣਾਉਣ ਵਾਲਿਆਂ ਦੇ, ਵੀ ਉਦੋਂ ਤੱਕ ਕਿਸੇ ਨੇ ਨਹੀਂ ਆਉਣਾ। ਤੇ ਜਦੋਂ ਤੱਕ ਪੰਡਤ ਜੀ ਨਹੀਂ ਹੋਣਗੇ ਜੀ, ਕਵਾੜ ਨਹੀਂ ਖੁੱਲਣਗੇ, ਕਿਸੇ ਦੀ ਕੀ ਜ਼ਰੂਰਤ ਹੈ ਕੋਈ ਮੰਦਰ ਚਲਿਆ ਜਾਏ। ਉਹ ਸ਼੍ਰੀਲੰਕਾ ਦੀ ਗੱਲ, ਸੰਗਲਾਦੀਪ ਦੀ। ਪਰ ਕਹਿੰਦੇ ਗੁਰੂ ਕਾ ਸਿੱਖ ਰੋਜ਼ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ, ਬੰਦਗੀ ਕਰਦਾ, ਗਿਆ ਹੀ ਨਾ ਕਿਤੇ। ਜਿੰਨੇ ਦਿਨ ਆਏ ਨੂੰ ਹੋਏ ਆ, ਇੱਕ ਦਿਨ ਵੀ ਕਿਸੇ ਧਾਰਮਿਕ ਥਾਂ ਤੇ ਗਿਆ ਨਾ। ਸਵਾ ਜਾਮ ਨਿਸ ਕਰੇ ਇਸ਼ਨਾਨਾ, ਇੱਕ ਮਨ ਕਰੇ ਕੀਰਤਨ ਗਾਨਾ। ਇੰਨਾ ਪਿਆਰ ਕਰਦੇ ਭਾਈ ਮਨਸੁਖ ਗੁਰੂ ਨਾਨਕ ਸਾਹਿਬ ਜੀ ਨੂੰ। ਕਹਿੰਦੇ ਸਵਾ ਪਹਿਰ ਰਾਤ ਜਾਗਦੇ, ਭਾਵ ਸਵੇਰੇ 3 ਵਜੇ, ਪੌਣੇ 3, 2:30 ਵਜੇ ਦਾ ਸਮਾਂ ਹੁੰਦਾ, ਜਾਗ ਜਾਂਦੇ ਆ। ਜਾਗ ਕੇ ਇਸ਼ਨਾਨ ਕਰਕੇ ਚੌਂਕੜਾ ਲਾ ਕੇ ਗੁਰੂ ਨਾਨਕ ਸਾਹਿਬ ਨੂੰ ਜਪਦੇ ਆ, ਧਿਆਨ ਧਰਦੇ ਆ। 1-1.5 ਘੰਟਾ ਸਤਿਗੁਰਾਂ ਦੇ ਸਿਮਰਨ ਵਿੱਚ ਨਿਤਾ ਪ੍ਰਤ ਬਤੀਤ ਕਰਦੇ ਨੇ। ਗੁਰ ਕੀ ਸ਼ਬਦ ਅਧਿਕ ਲਿਖ ਲੀਨੇ, ਪੜੈ ਪ੍ਰੇਮ ਕਰ ਚਿਤ ਹਿਤ ਦੀਨੇ। ਰੋਜ਼ ਕੀਰਤਨ ਕਰਨਾ। ਕੀਰਤਨ ਤੋਂ ਭਾਵ ਕੀ ਆ? ਰੱਬ ਦੀ ਮਹਿਮਾ। ਮਨਸੁਖ ਸ਼ਾਹੂਕਾਰ ਨੇ ਨਾ ਕਲਮ ਨਾਲ ਸ਼ਬਦ ਗੁਰਬਾਣੀ ਦੇ ਲਿਖੇ ਹੋਏ ਆ, ਆਪ ਪੜ੍ਹਦਾ, ਆਪਣੇ ਸਾਥੀਆਂ ਨੂੰ ਪੜ੍ਹਾਉਂਦਾ। ਬਾਣੀ ਨੂੰ ਲਿਖ ਕੇ ਪੜ੍ਹਨਾ, ਫਿਰ ਲੈ ਕੇ ਕਾਪੀ ਕਾਗਜ਼ ਵਾਹਿਗੁਰੂ 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 ਲਿਖੀ ਜਾਣਾ। ਅੱਜ ਵੀ ਬੜੀ ਸਿੱਖ ਸੰਗਤ ਐਸੀ ਹੈ, ਜਦੋਂ ਵਿਹਲਾ ਸਮਾਂ ਹੁੰਦਾ ਨਾ, ਕਹਿੰਦੇ ਮਨ ਨਹੀਂ ਲੱਗਦਾ, ਉਹ ਲੈ ਕੇ ਕਾਗਜ਼ ਕਲਮ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ। ਕਹਿੰਦੇ ਚਲੋ ਬਹਾਨੇ ਨਾਲ, ਨਾਲੇ ਹੱਥ ਸਫਲੇ, ਨਾਲੇ ਧਿਆਨ ਸਫਲਾ, ਨਾਲੇ ਮਨ ਸਫਲਾ, ਨਾਲੇ ਖਿਆਲ ਸਫਲਾ। ਇਹ ਬਹਾਨੇ ਹੁੰਦੇ ਆ ਰੱਬ ਨਾਲ ਜੁੜਨ ਦੇ। 100 ਬਹਾਨੇ ਸਾਡੇ ਕੋਲ, ਪਰ ਨਹੀਂ, ਮਨ ਇੰਨਾ ਸ਼ੈਤਾਨ ਹੈ। ਇਹ ਤੇ ਗੁਰਦੁਆਰੇ ਵੀ ਕਹਿੰਦਾ ਛੱਡ, ਜੇ ਮੀਂਹ ਪਟਿਆਲੇ ਪੈਂਦਾ ਹੋਵੇ ਤੇ ਫਿਰ ਵੀ ਹੁੰਦਾ ਵੀ ਜੀ ਅੱਜ ਰਹਿਣ ਹੀ ਦਈਏ, ਅੱਜ ਪਕੌੜੇ ਖਾ ਲਈਏ, ਅੱਜ ਗੁਲਗੁਲੇ ਖਾ ਲਈਏ, ਅੱਜ ਪੀਜ਼ਾ ਆਰਡਰ ਕਰ ਲਈਏ। ਮਨ ਇੱਧਰ ਨੂੰ ਤੁਰਿਆ ਫਿਰਦਾ, ਖਾਣ ਪੀਣ ਵਾਲੇ ਪਾਸੇ, ਘੁੰਮਣ ਫਿਰਨ ਵਾਲੇ ਪਾਸੇ, ਰੱਬ ਨਾਲ ਘੱਟ ਹੈ। ਹੁਣ ਮਨਸੁਖ ਸ਼ਾਹੂਕਾਰ ਦੀ ਰੂਟੀਨ ਵੇਖ ਕੇ ਕਹਿੰਦੇ ਕਈ ਜਿਹੜੇ ਹਿੰਦੂ ਲੋਕ ਸੀ ਸੜਦੇ ਸੀ।
ਵੀ ਸਾਡੇ ਰਾਜੇ ਨੇ ਕਿਹਾ ਸਵੇਰੇ ਲੇਟ ਉੱਠਣਾ, ਸਵੇਰੇ ਉੱਠ ਜਾਂਦਾ, ਸਾਜਰੇ ਖੂਹ ਤੇ ਨਹਾ ਲੈਂਦਾ ਹੈ। ਪਰ ਕਿਹਾ ਕਿਸੇ ਨੇ ਕੁਛ ਨਾ, ਅੰਦਰੋਂ ਅੰਦਰ ਖਾਰ ਖਾਂਦੇ ਨੇ। ਹੋਰ ਭਈ ਪੰਚਾਮ੍ਰਿਤ ਕਰਕੇ ਘਰ ਅਰਦਾਸ ਭੌਰ ਧਰ ਕੇ। ਹੁਣ ਕਰਨਾ ਕੀ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਹੱਥੀ ਪੰਚਾਮ੍ਰਿਤ ਕੜਾਹ ਪ੍ਰਸ਼ਾਦੀ ਦੇਗ ਬਣਾਉਣੀ ਮਨਸੁਖ ਸ਼ਾਹੂਕਾਰ ਨੇ। ਸਿੱਖ ਦਾ ਰੂਟੀਨ ਹੈ। ਅੱਜ ਵੀ ਬੜੀ ਬੰਦਗੀ ਵਾਲੇ ਸਿੱਖ ਨੇ, ਜਿਹੜੇ ਬਹੁਤੀ ਬੰਦਗੀ ਵਾਲੇ ਆ ਨਾ, ਉਹ ਅੰਮ੍ਰਿਤ ਵੇਲੇ ਕੜਾਹ ਪ੍ਰਸ਼ਾਦ ਬਣਾ ਕੇ ਆਪਣੇ ਘਰੇ ਸਤਿਗੁਰਾਂ ਨੂੰ ਭੋਗ ਲਾਉਂਦੇ ਆ। ਤੇ ਮੇਰੇ ਵਰਗਾ ਤੇ ਗੁਰਦੁਆਰੇ ਰਹਿ ਕੇ ਨਹੀਂ ਭੋਗ ਵਾਲੀ ਸਕਦਾ, ਬਿਰਤੀ ਦਾ ਫਰਕ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਚੇਤੇ ਕਰਿਆ ਕਰਨ, ਰੋਜ਼ ਜਦੋਂ ਭੋਗ ਲਾਉਣਾ ਨਾ, ਤੇ ਗੁਰੂ ਸਾਹਿਬ ਨੇ ਉਸ ਭੋਜਨ ਨੂੰ, ਉਸ ਪ੍ਰਸ਼ਾਦ ਨੂੰ ਅਰਪਣ ਕਰ ਲੈਣਾ, ਛਕ ਲੈਣਾ। ਤੇ ਸਿੱਖ ਨੇ ਬੜਾ ਖੁਸ਼ ਹੋਣਾ ਵੀ ਗੁਰੂ ਸਾਹਿਬ ਦੀ ਕਿਰਪਾ ਹੈ, ਰੋਜ਼ ਭੋਗ ਲੱਗਦਾ ਹੈ, ਗੁਰੂ ਸਾਹਿਬ ਭੋਗਦੇ ਆ, ਸਤਿਗੁਰ ਭੋਗ ਲਾਉਂਦੇ ਆ। ਮਨਸੁਖ ਸ਼ਾਹੂਕਾਰ ਦੀ ਰੂਟੀਨ ਰਹੀ, ਉਹ ਜਿੱਥੇ ਵੀ ਰਹਿੰਦਾ ਸੀ, ਜਦੋਂ ਦਾ ਗੁਰੂ ਨਾਲ ਜੁੜਿਆ ਨਾ, ਉਹਨੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ, ਹਿੱਸਾ ਸਿੱਖਾਂ ਦਾ ਕੱਢਣਾ, ਅਰਦਾਸ ਕਰਨੀ। ਉਹਨਾਂ ਸਮਿਆਂ 'ਚ ਸ੍ਰੀ ਸਾਹਿਬ ਭੇਟਾ ਨਹੀਂ ਸੀ ਹੁੰਦੀ, ਪੰਜਾ ਲਾਇਆ ਜਾਂਦਾ ਸੀ ਤੇ ਲੱਗਦਾ ਸੀ। ਪੰਜਾ ਸਾਹਿਬ ਦੀ ਧਰਤੀ ਤੇ ਅੱਜ ਵੀ ਜਾਓ, ਅੱਜ ਵੀ ਉਹ ਗੁਰਸਿੱਖ ਦੱਸਦੇ ਆ, ਕਹਿੰਦੇ ਜੀ ਅੱਜ ਵੀ ਪੰਜਾ ਲੱਗਦਾ। ਇਹ ਤੇ ਭਾਵਨਾ ਦੀ ਗੱਲ ਹੈ, ਸ਼ਰਧਾ ਦੀ ਗੱਲ ਹੈ। ਗੁਰੂ ਕਿੱਥੇ ਗਿਆ, ਸਤ ਦੂਰ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਨੇਤਾ ਪ੍ਰਤ ਕੜਾਹ ਪ੍ਰਸ਼ਾਦ ਨੂੰ ਭੋਗ ਲਾਉਣਾ, ਤੇ ਜਿਹਨੇ ਕੜਾਹ ਪ੍ਰਸ਼ਾਦ ਬੰਦਗੀ ਕਰਕੇ ਛਕਿਆ ਤੇ ਵੰਡਿਆ, ਕਿਉਂਕਿ ਵੰਡ ਛਕਣਾ ਨਾ, ਤੇ ਉਹਨੂੰ ਕਿਸੇ ਦੀ ਕੀ ਪਰਵਾਹ ਹੈ। ਦਿਨ ਬਤੀਤ ਹੁੰਦੇ ਗਏ, 15 ਕੁ ਦਿਨ ਇਸੇ ਤਰ੍ਹਾਂ ਲੰਘ ਗਏ ਨੇ। ਨਿਕਟ ਨਰਨ ਸਭ ਹੀ ਕੋ ਦੇ ਕੇ ਬੋਹਰੋ ਆਪ ਅਚਹਿ ਕਰ ਲੈ ਕੇ। ਸਭ ਨੂੰ ਛਕਾ ਕੇ ਆਪ ਛਕਿਆ ਕਰੇ। ਹੁਣ ਜੇ ਕੋਈ ਹੋਰ ਧਰਮ ਦਾ ਆ ਗਿਆ, ਉਹਨੂੰ ਵੀ ਦੇ ਦੇਣਾ। ਪ੍ਰਸ਼ਾਦ ਵੰਡਦੇ ਆ, ਲੰਗਰ ਛਕਾਉਂਦੇ ਆ, ਕੋਈ ਕਿਸੇ ਨਾਲ ਵਿਤਕਰਾ ਥੋੜਾ ਹੁੰਦਾ ਵੀ ਆ ਮੁਸਲਮਾਨ ਆ, ਹਿੰਦੂ ਆ, ਬੋਧੀ, ਇਹਨੂੰ ਨਹੀਂ ਦੇਣਾ। ਨਹੀਂ, ਜਿਹੜਾ ਵੀ ਆਉਣਾ, ਲੋਕਾਂ ਨੇ ਪ੍ਰਸ਼ਾਦ ਵੀ ਛਕਣਾ, ਰੱਜ ਕੇ ਛਕਣਾ, ਸਵਾਦ ਬੜਾ ਲੱਗੇ, ਤੇ ਅੰਦਰੋਂ ਖਾਤੇ ਸੜੀ ਵੀ ਜਾਣਾ ਵੀ ਸਾਡੇ ਵਰਤ ਰਖਾਇਆ, ਇਹ ਵਰਤ ਵਰਤ ਰੱਖਦਾ ਹੀ ਨਹੀਂ, ਇਹ ਆਪ ਵੀ ਖਾਂਦਾ, ਸਭ ਨੂੰ ਖਵਾਈ ਜਾਂਦਾ ਏ। ਅਸ ਪ੍ਰਕਾਰ ਨਿਤ ਨੇਮ ਨਿਬਾਹੈ ਬਨਜ ਕਰੇ ਪੁਨ ਪਾਵਤ ਲਾਹੈ। ਸਿੱਖ ਰੋਜ਼ ਆਪਣਾ ਵਣਜ ਕਰਦਾ, ਵਪਾਰ ਕਰਦਾ, ਗੱਡਿਆਂ ਦੇ ਗੱਡੇ ਇੱਧਰ ਉੱਧਰ ਲੈ ਕੇ ਜਾਂਦਾ, ਵੇਚਿਆ ਜਾਂਦਾ ਸਮਾਨ, ਪਰ ਆਪਣੀ ਰੂਟੀਨ ਪੱਕੀ। ਬੜਿਆਂ ਲੋਕਾਂ ਨੇ ਸਰਕਾਰੇ ਦਰਬਾਰੇ ਗੱਲ ਕੀਤੀ, ਕਹਿੰਦੇ ਯਾਰ ਕੋਈ ਬਾਣੀ ਆਇਆ ਹੋਇਆ, ਉਹ ਲੱਗ ਜਾਈ ਧਰਮ ਚਲਾਉਂਦਾ ਆਪਣਾ, ਸਾਡੇ ਧਰਮ ਦੇ ਖਿਲਾਫ ਹੋ ਗਿਆ। ਮਤਲਬ ਪਹਿਲਾਂ ਮੰਨਦਾ ਸੀ ਉਹ, ਹੁਣ ਧਰਮ ਥੋੜੀ ਕੋਈ ਮਾੜਾ, ਧਰਮ ਤੇ ਸਾਰੇ ਹੀ ਚੰਗੇ ਆ। ਠੀਕ ਹੈ, ਕਿਸੇ ਦੇ ਧਰਮ ਨੂੰ ਛੱਡ ਕੇ ਆਪਣੇ ਧਰਮ ਨਾਲ ਜੁੜ ਜਾਣਾ ਕੁਛ ਵੀ ਬੁਰਾ ਨਹੀਂ ਹੈ। ਹਾਂ, ਕਿਸੇ ਦੀ ਭੰਡੀ ਕਰੀ ਜਾਣੀ, ਕਿਸੇ ਨੂੰ ਬਦਨਾਮ ਹੀ ਕਰੀ ਜਾਣਾ ਵੀ ਇਹ ਤੇ ਚੰਗੇ ਨਹੀਂ ਹੁੰਦੇ, ਮਾੜੇ ਆ, ਇਹ ਸਭ ਤੋਂ ਬੁਰੀ ਗੱਲ ਹੈ। ਮਨਸੁਖ ਸ਼ਾਹੂਕਾਰ ਕਿਤੇ ਨਿੰਦਿਆ ਨਹੀਂ ਸੀ ਕਰਦਾ। ਉਹ ਕਹਿੰਦਾ ਮੈਂ ਨਹੀਂ ਜਾਣਾ ਕਿਸੇ ਨੂੰ ਮੰਨਣ, ਮੈਂ ਨਹੀਂ ਜਾਣਾ ਕਿਸੇ ਨੂੰ ਮੱਥਾ ਟੇਕਣ। ਰਾਜੇ ਕੋਲ ਸ਼ਿਕਾਇਤਾਂ ਆਈਆਂ, ਚਲੋ ਰਾਜੇ ਨੇ ਸੁਣ ਕੇ ਅਣਸੁਣਿਆ ਕੀਤਾ। ਰਾਜਾ ਕਹਿੰਦਾ ਧਿਆਨ ਰੱਖਿਓ, ਇਕਾਦਸ਼ੀ ਵਾਲੇ ਦਿਨ ਧਿਆਨ ਰੱਖਿਓ ਕਰਦਾ ਕੀ ਹੈ। ਨਜ਼ਰ 'ਚ ਆ ਗਈ ਨਾ ਗੱਲ ਵੀ ਜੇ ਉਦਣ ਇਹਦੇ ਚੁੱਲ੍ਹੇ 'ਚੋਂ ਧੂੰਆਂ ਨਿਕਲਿਆ, ਬਸ ਚੁੱਕ ਕੇ ਲੈ ਆਇਓ, ਆਖੋ ਸਤਨਾਮ। ਹੁਣ ਸਿੱਖ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਚੁਗਲਖੋਰਾਂ ਨੇ ਇੱਥੇ ਵੀ ਚੁਗਲੀ ਕਰਤੀ। ਚੁਗਲਖੋਰ ਹਰ ਥਾਂ ਹੀ ਬਣ ਜਾਂਦੇ ਹੁੰਦੇ, ਮਿਲ ਜਾਂਦੇ ਹੁੰਦੇ ਆ। ਤੁਸੀਂ ਚੰਗੇ ਬਣ ਕੇ ਚੱਲੋ, ਦੁਸ਼ਮਣ ਬਣਾਉਣ ਦੀ ਲੋੜ ਨਹੀਂ, ਬੜੇ ਬਣ ਜਾਂਦੇ ਆ। ਦੁਸ਼ਮਣ ਬਣਾਉਣ ਵਾਸਤੇ ਕਿਸੇ ਨੂੰ ਰੈਂਟ ਥੋੜੀ ਦੇਣਾ ਪੈਂਦਾ, ਐਗਰੀਮੈਂਟ ਸਾਈਨ ਥੋੜਾ ਕਰਨਾ ਪੈਂਦਾ। ਕੁਛ ਚੰਗਾ ਕਰੋ, ਜ਼ਮਾਨੇ ਨੂੰ ਆਪਣੇ ਖਿਲਾਫ ਕਰ ਲਓ। ਮਾੜਾ ਕਰੀ ਜਾਓਗੇ, ਲੋਕ ਤੁਹਾਡੇ ਨਾਲ ਕਹਿੰਦੇ ਅੱਧਾ ਤੂੰ ਲੈ ਲਾ, ਅੱਧਾ ਮੈਨੂੰ ਦੇ ਦੇ, ਰੌਲਾ ਕਾਹਦਾ ਪਾਉਣਾ ਹੈ। ਹੁਣ ਮਨਸੁਖ ਸ਼ਾਹੂਕਾਰ ਨੇ ਵੇਖਿਆ ਵੀ ਕੱਲ ਆ ਗਈ ਇਕਾਦਸ਼ੀ, ਵੀ ਜੇ ਮੈਂ ਸਵੇਰੇ ਉੱਠ ਕੇ ਇਸ਼ਨਾਨ ਨਾ ਕੀਤਾ, ਮੇਰੀ ਤੇ ਮਰਿਆਦਾ 'ਚ ਫਰਕ ਪੈ ਜਾਊਗਾ। ਇੱਥੇ ਕਹਿੰਦੇ ਨਹਾਉਣਾ ਨਹੀਂ। ਉਹਨੇ ਆਪਣੇ ਸਾਥੀਆਂ ਨੂੰ ਕਿਹਾ ਵੀ ਜੋ ਜਿਹੜਾ ਕਰਦਾ ਉਹਨਾਂ ਨੂੰ ਉਹਨਾਂ ਦਾ ਧਰਮ ਮੁਬਾਰਕ, ਆਪਾਂ ਅੰਮ੍ਰਿਤ ਵੇਲੇ ਇਸ਼ਨਾਨ ਕਰਾਂਗੇ, ਕੜਾਹ ਪ੍ਰਸ਼ਾਦੀ ਦੇਗ ਬਣਾਵਾਂਗੇ, ਵੰਡਾਂਗੇ। ਹੁਣ ਉੱਧਰ ਸਖਤ ਬੈਨ ਲੱਗਿਆ ਹੋਇਆ ਹੈ ਵੀ ਜੇ ਕਿਸੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਗਰਾਈ ਵੀ ਮੂੰਹ 'ਚ ਪਾਈ ਤੇ ਚੁੱਕ ਲਿਆਓ, ਅੱਜ ਇੱਕ ਰੋਟੀ ਖਾਊ, ਕੱਲ੍ਹ ਨੂੰ 4 ਖਾ ਲੈਣਗੇ। ਅੱਗੇ ਅੱਗੇ ਕੰਮ ਖਰਾਬ ਹੁੰਦਾ ਨਾ। ਫਿਰ ਕਾਨੂੰਨ ਦੇ ਵਿੱਚ ਕੋਈ ਨਾ ਕੋਈ ਉਦਾਹਰਨ ਦੇਣੀ ਪੈਂਦੀ, ਇੱਕ ਅੱਧਾ ਬੰਦਾ ਚੁੱਕਣਾ ਪੈਂਦਾ ਹੈ। ਮਨਸੁਖ ਸ਼ਾਹੂਕਾਰ ਰੱਬ ਰਤਾ ਸਵੇਰੇ ਜਾਗੂਗਾ, ਜੋ ਕੁਝ ਹੋਊਗਾ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਅੱਜ ਭਾਈ ਬਾਲਾ ਜੀ ਨੇ ਪ੍ਰਸੰਗ ਦਾ ਆਗਾਜ਼ ਕੀਤਾ, ਦੱਸਿਆ ਮਨਸੁਖ ਸ਼ਾਹੂਕਾਰ ਉੱਥੇ ਪਹੁੰਚੇ ਹੈ, ਕਿਵੇਂ ਮੇਰੇ ਸਤਿਗੁਰ ਜਾਣਗੇ, ਕੀ ਕੀ ਹੋਏਗਾ, ਆਉਣ ਵਾਲੇ ਦਿਨਾਂ 'ਚ ਆਨੰਦ ਮਾਣਾਂਗੇ।